ਹਰੀ ਰਸਨੋ ਰੇ ਸੰਤੋ ਅਨ ਤਨ ਕਟੁਐ ਲੈਣਾ ਆਈ ਤਲ ਭਗਵਾਨ ਰਾਏ ਕੀ ਮਾਇਆ ਮੰਦਰ ਛੋਟ ਜਾਏ ਅਤੁੱਟ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰ ਸੰਗਤ ਜੀਓ, ਜਵਾਬ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹੋ। ਸੋ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਜੋ ਬਜਿਓ ਸੋ ਬਿਨਸ ਹੈ ਪਰਵਾਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਾਧ ਸੰਗਤ ਜੀ, ਦੁਨੀਆ ਤੇ ਕੋਈ ਵੀ ਜੀਵ ਹੈ ਇੱਕ ਨਾ ਇੱਕ ਦਿਨ ਸੰਸਾਰ ਨੂੰ ਛੱਡ ਕੇ ਤੁਰ ਜਾਵੇਗਾ। ਸੰਸਾਰ ਫਾਨੀ ਹੈ। ਫਾਨੀ ਦਾ ਭਾਵ ਹੁੰਦਾ ਫਨਾ ਹੋਣ ਵਾਲਾ, ਨਾਸ਼ ਹੋਣ ਵਾਲਾ। ਸੋ ਸਾਧ ਸੰਗਤ ਜੀ, ਸਭ ਨੇ ਆਪੋ ਆਪਣੀ ਵਾਰੀ ਚਲੀ ਜਾਣਾ ਹੈ, ਪਰ ਦੁਨੀਆ ਤੇ ਆ ਕੇ ਕਰਨਾ ਕੀ ਹੈ। ਕੋਈ ਸਾਧ ਸੰਗਤ ਜੀ ਪਰਮੇਸ਼ਰ ਸਤਿਗੁਰੂ ਸਾਹਿਬ ਜੀ ਦਾ ਗਿਆਨ ਲੈ ਕੇ ਸਦਾ ਹੀ ਮਹਾਰਾਜ ਨੂੰ ਧਿਆਉਂਦਾ ਰਹਿੰਦਾ। ਕੋਈ ਜੀਵ ਉਹ ਹੈ ਵੀ ਦੁਨੀਆ ਦੇ ਕੰਮ ਧੰਦਿਆਂ 'ਚ ਹੀ ਲੱਗ ਕੇ ਕਾਰ ਵਿਹਾਰਾਂ 'ਚ ਪੈ ਕੇ ਸਾਧ ਸੰਗਤ ਜੀ ਉਹਨੂੰ ਭੁਲਾ ਬੈਠਦਾ ਹੈ। ਸੋ ਜਿਨ੍ਹਾਂ ਨੇ ਵੀ ਦੁਨੀਆ ਤੇ ਆ ਕੇ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ, ਉਹ ਸਾਧ ਸੰਗਤ ਜੀ ਮੁਕਤੀ ਪਦ ਨੂੰ ਪ੍ਰਾਪਤ ਹੋਏ ਹੈ। ਉਹ ਦਰਗਾਹ ਵਿੱਚ ਪ੍ਰਵਾਨ ਨੇ। ਤੇ ਜਿਨ੍ਹਾਂ ਨੇ ਆ ਕੇ ਦੁਨੀਆ ਤੇ ਕੋਈ ਭਜਨ ਨਹੀਂ, ਕੋਈ ਸਿਮਰਨ ਨਹੀਂ, ਕੋਈ ਸਾਧ ਸੰਗਤ ਜੀ ਦਾਨ ਪੁੰਨ ਨਹੀਂ, ਉਹਨਾਂ ਦਾ ਜਿਹੜਾ ਆਉਣ ਜਾਣ ਦਾ ਗੇੜਾ ਹੈ ਉਹ ਸਾਧ ਸੰਗਤ ਜੀ ਲੱਗਿਆ ਹੀ ਰਹਿੰਦਾ ਹੈ। ਕਦੇ ਵੀ ਉਹ ਸਾਧ ਸੰਗਤ ਜੀ ਕੱਟਿਆ ਨਹੀਂ ਜਾ ਸਕਦਾ। ਇਹ ਤੇ ਸਤਿਗੁਰੂ ਸਾਹਿਬ ਦੇ ਹੱਥ 'ਚ ਹੀ ਹੈ ਕਿ ਜੇ ਭਗਵਾਨ ਪਰਮੇਸ਼ਰ ਦਾ ਨਾਮ ਤੇਰੇ ਪੱਲੇ ਹੋਵੇਗਾ ਨਾ ਤੇ ਤੈਨੂੰ ਮੁਕਤੀ ਪਦ ਪ੍ਰਾਪਤ ਹੋ ਜਾਏਗੀ। ਸੋ ਜਿਨ੍ਹਾਂ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ। ਸਤਿਗੁਰੂ ਦੀ ਜਦੋਂ ਕਿਰਪਾ ਹੋ ਜਾਏ ਤਾਂ ਜਿਹੜਾ ਮਨੁੱਖ ਹੈ ਪਰਮ ਪਦ ਪਾਇਆ। ਪਰਮ ਨਾਮ ਵੱਡੇ ਦਾ ਹੈ, ਵੱਡੀ ਪਦਵੀ ਨੂੰ ਪਾਉਂਦਾ ਹੈ। ਦੁਨੀਆ ਤੇ ਕਾਹਦੀ ਪਦਵੀ ਆਏ, ਮੈਨੂੰ ਫਲਾਨਾ ਅਹੁਦਾ ਮਿਲ ਗਿਆ, ਮੈਂ ਢਿਮਕਾ ਮਿਲ ਗਿਆ, ਇਹ ਛੋਟੇ ਅਹੁਦੇ ਨੇ। ਦੁਨੀਆ ਤੇ ਇਹ ਸਾਧ ਸੰਗਤ ਜੀ ਸਭ ਤੋਂ ਵੱਡਾ ਅਹੁਦਾ ਹੈ ਮੋਖ ਪਦਵੀ ਨੂੰ ਪਾਉਣਾ, ਉਸ ਪਦਵੀ ਨੂੰ ਪ੍ਰਾਪਤ ਕਰਨਾ ਜਿਹੜੀ ਪਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ। ਸੋ ਇਸ ਕਰਕੇ ਸਾਧ ਸੰਗਤ ਜੀ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ ਜੀ ਦੱਸਦੇ ਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਗੁਰ ਪ੍ਰਸਾਦ ਪਰਮ ਪਦ ਪਾਏ ਸੂਕੇ ਕਾਸਤ ਹਰੇ। ਸਾਧ ਸੰਗਤ ਜੀ ਸੁੱਕੀ ਹੋਈ ਲੱਕੜ ਭਾਵ ਇਹ ਜਿਹੜਾ ਮਨ ਸੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਹਰਿਆ ਭਰਿਆ ਹੋਵੇਗਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਪਵਿੱਤਰ ਬਾਣੀ ਵਿੱਚ ਸਾਨੂੰ ਕੀ ਸਮਝਾਉਂਦੇ ਹੈ, ਕੀ ਉਪਦੇਸ਼ ਬਖਸ਼ਿਸ਼ ਕਰਦੇ। ਆਓ
ਆਪਣੇ ਮਨ ਨੂੰ ਚਿੱਤ ਨੂੰ ਇੱਕ ਕਰਕੇ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰੀਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹੋਏ ਹੈ ਚੌਥੇ ਮਹਾਰਾਜ, ਤੇ ਸਾਧ ਸੰਗਤ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ ਦੀਨ ਦੁਨੀਆ ਦੇ ਮਾਲਕ। ਸੋ ਜਿਸ ਵੇਲੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਪਵਿੱਤਰ ਮੁਖ ਵਾਕ ਉਚਾਰਦੇ ਆਪਣੇ ਮੁਖਾਰ ਬਿੰਦ ਤੋਂ ਕਲਯੁਗੀ ਜੀਵਾਂ ਦੇ ਭਲੇ ਵਾਸਤੇ। ਤੋ ਸਾਧ ਸੰਗਤ ਜੀ ਜੇ ਜੀਵ ਦਾ ਪਾਰ ਉਤਾਰਾ ਹੋਣਾ ਉਹ ਸਤਿਗੁਰੂ ਦੀ ਬਾਣੀ ਨਾਲ ਹੀ ਹੋਣਾ ਹੈ। ਤੇ ਪਰਮੇਸ਼ਰ ਦੀ ਬਾਣੀ ਤੋਂ ਬਿਨਾ ਜਿਹੜੇ ਮੁਨਕਰ ਹੋਈ ਫਿਰਦੇ ਐ, ਨਾਮ ਨੂੰ ਭੁਲਾਇਆ ਜਿਨ੍ਹਾਂ ਨੇ, ਉਹਨਾਂ ਨੂੰ ਮੁਕਤੀ ਕਦੇ ਵੀ ਪ੍ਰਾਪਤ ਹੋ ਨਹੀਂ ਸਕਦੀ। ਕਿਉਂਕਿ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦੱਸਦੇ ਐ, ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਰਾਮ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੱਸੋ ਕਿਹਨੇ ਮੁਕਤੀ ਪਾਈ ਹੈ? ਕਿਸ ਨੇ ਵੀ ਨਹੀਂ ਪਾਈ। ਤੋ ਸਾਧ ਸੰਗਤ ਜੀ ਇਸੇ ਕਰਕੇ ਕਬੀਰ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਚਨ ਕਰਦੇ, ਜੇ ਤੂੰ ਮੁਕਤੀ ਪਦ ਨੂੰ ਚਾਹੁੰਦਾ ਹੈ, ਸਦਾ ਵਾਸਤੇ ਵਾਹਿਗੁਰੂ ਦੇ ਚਰਨ 'ਚ ਅਭੇਦਤਾ ਚਾਹੁੰਦਾ ਹੈ, ਤਾਂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ। ਤੇ ਜਿਨ੍ਹਾਂ ਨੇ ਨਾਮ ਭੁਲਾ ਦਿੱਤਾ ਨਾ, ਉਹ ਚਾਹੇ ਮਾਇਆ ਧਾਰੀ ਹੋਵੇ, ਧਨ ਪਦਾਰਥ ਦੌਲਤ ਬਹੁਤੀ ਹੋਵੇ ਉਹਦੇ ਪਾਸ, ਸਾਧ ਸੰਗਤ ਜੀ ਨਾਮ ਤੋਂ ਬਿਨਾਂ ਉਹ ਦੁਖੀ ਹੋ ਰਹੇਗਾ। ਸਭ ਕੁਝ ਉਹਦੇ ਪਾਸ ਹੋਵੇ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਿਸਾਰਿਆ, ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਿਸਾਰਿਆ। ਕਹਿੰਦੇ ਹਰ ਵਿਸਰਤ ਸਦਾ ਖੁਆਰੀ। ਹਰੀ ਨੂੰ ਜਿਹੜਾ ਭੁੱਲਿਆ ਨਾ ਉਹ ਖੁਆਰ ਹੁੰਦੇ ਨੇ। ਉਹ ਸਾਧ ਸੰਗਤ ਜੀ ਦੀਸੈ ਦਾਦੇ ਕਾਣ ਜਿਉ ਜਿਨ ਮਨ ਨਾਹੀ ਨਾਉ। ਸਾਧ ਸੰਗਤ ਜੀ ਉਹ ਦਿਸਦੇ ਤੇ ਬੜੇ ਸੁੰਦਰ ਹੈ, ਪਰ ਮਹਾਰਾਜ ਕਹਿੰਦੇ ਅੰਦਰੋਂ ਸੜੇ ਪਏ ਹੁੰਦੇ ਹੈ। ਸੋ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਉਚਾਰਦੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਸ ਵੇਲੇ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ, ਤਾਂ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਦੇ। ਸਾਰਗ ਮਹੱਲਾ ਚੌਥਾ, ਜਪ ਮਨ ਰਾਮ ਨਾਮ ਪੜ੍ਹ ਸਾਰ। ਸਤਿਗੁਰੂ ਜੀ ਦੱਸਦੇ ਆ ਵੀ ਦੁਨੀਆ ਤੇ ਤੂੰ ਆਇਆ ਨਾ ਮਨੁੱਖਾ ਜਨਮ ਲੈ ਕੇ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਜਪ ਮਨ ਰਾਮ ਨਾਮ, ਜਿਹੜਾ ਵਾਹਿਗੁਰੂ ਸਾਰਿਆਂ 'ਚ ਰਵਿਆ ਹੋਇਆ, ਪੜ੍ਹ ਸਾਰ। ਇਹ ਸ੍ਰੇਸ਼ਟ ਪੜ੍ਹਾਈ ਹੈ।
ਦੁਨੀਆ ਤੇ ਕੋਈ PhD ਚੱਕੀ ਫਿਰਦਾ ਹੈ, ਕੋਈ MA B.Ed ਕਰੀ ਫਿਰਦਾ ਹੋਵੇ, ਤੇ ਪਰਮੇਸ਼ਰ ਦੇ ਘਰ ਤੇ ਕਿਸੇ ਨੇ ਪੁੱਛਿਆ ਥੋੜੋ ਹੈ ਤੂੰ ਕਿੰਨਾ ਪੜ੍ਹਿਆ ਹੈ। ਮੇਰੇ ਮਹਾਰਾਜ ਤਾਂ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਅਨਪੜ੍ਹੀ ਹੋਵੇ ਨਾ ਉਹ, ਤੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੋਵੇ, ਪਰਮ ਗਤੀ ਨੂੰ ਪਾਏਗਾ। ਤਾਂ ਠੀਕ ਹੈ, ਤੂੰ ਪੜ੍ਹਾਈ ਭਾਵੇਂ ਦੁਨਿਆਵੀ ਕੀਤੀ ਹੈ, ਇਹ ਸ੍ਰੇਸ਼ਟ ਪੜ੍ਹਾਈ ਨਹੀਂ ਹੈ। ਸ੍ਰੇਸ਼ਟ ਪੜ੍ਹਾਈ ਤਾਂ ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬ੍ਰਹਮ ਵਿਦਿਆ ਪੜ੍ਹਨੀ ਹੀ ਸ੍ਰੇਸ਼ਟ ਪੜ੍ਹਾਈ ਹੈ। ਤੇ ਇਹਨੂੰ ਪੜ੍ਹਨ ਵਾਲੇ ਵਿਰਲੇ ਹੁੰਦੇ ਨੇ ਸਾਧ ਸੰਗਤ ਜੀ, ਬਹੁਤੀ ਤਾਦਾਦ ਨਹੀਂ ਹੁੰਦੀ ਇਹਨਾਂ ਪੜ੍ਹਨ ਵਾਲਿਆਂ ਦੀ, ਕਿਉਂਕਿ ਸਾਧ ਸੰਗਤ ਜੀ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨ। ਬਣਨ ਦੇ ਨਾਲ ਭੇਦ ਨਹੀਂ ਨਾ ਪਤਾ ਲੱਗਦੇ, ਇਹ ਤੇ ਬੁੱਝ ਕੇ ਹੀ ਪਤਾ ਲੱਗਦੇ ਆ ਭੇਦ ਕੀ ਹੈ, ਅੰਤਰ ਕੀ ਹੈ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਜਪ, ਮਨ ਕਰਕੇ ਰਾਮ ਨਾਮ ਪੜ੍ਹ ਸਾਰ। ਸਾਰ ਨਾਮ ਸ੍ਰੇਸ਼ਟ ਦਾ ਹੈ। ਸਾਰਿਆਂ ਤੋਂ ਸ੍ਰੇਸ਼ਟ ਕੌਣ ਹੈ? ਪਰਮੇਸ਼ਰ, ਉਹਦਾ ਨਾਮ। ਤੇ ਸਾਧ ਸੰਗਤ ਜੀ ਤੇ ਭਗਤ ਪ੍ਰਹਿਲਾਦ ਨੇ ਫਿਰ ਪੜ੍ਹਾਈ ਪੜ੍ਹਨੀ ਕੀਤੀ ਸੀ। ਜਿਸ ਵੇਲੇ ਉਹਦੇ ਪਿਤਾ ਨੇ ਪੜ੍ਹਨ ਪਾਇਆ ਸੀ ਨਾ ਹਰਨਾਕਸ਼ ਨੇ, ਤੇ ਤੁਹਾਨੂੰ ਪਤਾ ਹੈ ਵੀ ਭਗਤ ਪ੍ਰਹਿਲਾਦ ਮਹਾਰਾਜ ਨੇ ਆਖਿਆ ਸੀ ਉਹ ਪਾਂਧੇ ਨੂੰ, ਇਹ ਪਾਂਧੇ ਮੇਰੀ ਪਟੀਆ ਲਿਖ ਦਿਓ ਗੋਬਿੰਦ ਮੁਰਾਰ। ਮੇਰੀ ਫੱਟੀ ਤੇ ਮਹਾਰਾਜ ਦਾ ਨਾਮ ਲਿਖ ਦੇਣਾ। ਕਹਾ ਪੜ੍ਹਾਈ ਦੀ ਲੋੜ ਨਹੀਂ ਹੈ ਮੈਨੂੰ, ਦੁਨਿਆਵੀ ਪੜ੍ਹਾਈ ਦੀ ਲੋੜ ਨਹੀਂ ਹੈ। ਉਹ ਪੜ੍ਹਾਈ ਮੈਨੂੰ ਪੜ੍ਹਾ ਜਿਹੜੀ ਪੜ੍ਹਾਈ ਪਰਮੇਸ਼ਰ ਦੇ ਦਰ ਤੇ ਕੰਮ ਆਵੇ। ਇਹ ਸਾਧ ਸੰਗਤ ਜੀ ਜਿਸ ਵੇਲੇ ਨਾ ਪੜ੍ਹਨ ਵਾਸਤੇ ਭੇਜਿਆ ਭਗਤ ਪ੍ਰਹਿਲਾਦ ਜੀ ਨੂੰ, ਤੇ ਆਖਿਆ ਪਾਂਧੇ ਮੈਨੂੰ ਪਰਮਾਤਮਾ ਦੀ ਪੜ੍ਹਾਈ ਪੜ੍ਹਾ। ਇਹ ਧੁਰੋਂ ਹੀ ਸਾਧ ਸੰਗਤ ਜੀ ਬੱਚੇ ਨੂੰ ਸੋਝੀ ਹੁੰਦੀ ਹੈ। ਧੁਰੋਂ ਕੋਈ ਪਿਛਲੇ ਜਨਮ ਦਾ ਜਪ ਤਪ ਹੋਵੇ ਤੇ ਸਾਧ ਸੰਗਤ ਜੀ, ਜਿਸ ਕਰਕੇ ਛੋਟੀ ਅਵਸਥਾ ਵਿੱਚ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੱਜ ਵਾਲਿਆਂ ਨਿਆਣਿਆਂ ਵੱਲ ਵੇਖ ਲਓ ਸਾਧ ਸੰਗਤ ਜੀ, ਕਾਹਦਾ ਗਿਆਨ ਹੈ ਗੁਰਬਾਣੀ ਦਾ, ਕਾਹਦਾ ਗਿਆਨ ਹੈ ਨਾਮ ਦਾ। ਤੋ ਐਵੇਂ ਨਹੀਂ ਗੁਰੂ ਸਾਹਿਬ ਨੇ ਆਖਿਆ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪ੍ਰਹਿਲਾਦ ਭਗਤ ਜੀ ਨੂੰ ਰੋਜ਼ ਐਵੇਂ ਨਹੀਂ ਯਾਦ ਕਰਦੇ ਆ ਨਾ ਯਾਦ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੋ ਸਾਧ ਸੰਗਤ ਜੀ ਤੇ ਜਦੋਂ ਉਹ ਪਾਂਧਾ ਕਹਿੰਦਾ ਵੀ ਤੇਰੇ ਡੈਡੀ ਕੋਲ ਮੈਂ ਤੇਰੇ ਬਾਪੂ ਕੋਲ ਸ਼ਿਕਾਇਤ ਲਾਵਾਂਗਾ, ਉਹ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਪਾਂਧਾ ਜੀ ਭਾਵੇਂ ਸ਼ਿਕਾਇਤ ਲਾ ਦੋ, ਇਹ ਸਤ ਬਾਤ ਹੈ। ਇਹ ਭਗਤ ਕਬੀਰ ਜੀ ਨੇ ਆਖਿਆ, ਤੁਸੀਂ ਕਦੇ ਬਾਣੀ ਪੜ੍ਹਿਓ, ਤੁਹਾਡੇ ਘਰਾਂ 'ਚ ਮਹਾਰਾਜ ਜਾਂਦੇ ਐ। ਇਹ ਸਾਧ ਸੰਗਤ ਜੀ ਮੈਂ ਇੱਕ ਚੰਗੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਬਾਣੀ ਜਿਹਨੂੰ ਪੜ੍ਹਾਉਣੀ ਹੈ ਨਾ, ਪਾਠ ਕਰਾਉਣਾ ਹੈ, ਠੀਕ ਹੈ, ਤੁਸੀਂ ਘਰ ਪਾਠ ਕਰਾਉਂਦੇ ਨੇ, ਖੁਸ਼ੀਨਾਮੇ ਕਰਾਉਂਦੇ, ਜਾਂ ਧੀ ਦਾ ਵਿਆਹ ਹੈ, ਪੁੱਤਰ ਦਾ ਵਿਆਹ ਹੈ, ਜਾਂ ਹਰ ਸਾਲ ਕਰਾਉਂਦੇ ਹੋਵੋਗੇ। ਬਾਣੀ ਕਿਸੇ ਚੰਗੇ ਹੋਵੇ ਸਾਧ ਸੰਗਤ ਜੀ, ਗ੍ਰੰਥੀ ਸਿੰਘ ਤੋਂ ਪੜ੍ਹਾਓ, ਪਾਠੀ ਸਿੰਘ ਤੋਂ ਪੜ੍ਹਾਓ, ਆਪ ਬਾਣੀ ਦਾ ਗਿਆਤਾ ਹੋਵੇ ਜਿਹੜਾ। ਤੇ ਸਾਧ ਸੰਗਤ ਜੀ ਇਹ ਫਾਰਮੈਲਿਟੀ ਨਾ ਪੂਰੀ ਕਰਿਆ ਕਰੋ ਵੀ ਚਲੋ ਜੀ 7 ਦਿਨਾਂ 'ਚ ਪਾਠ ਕਰਾ ਕੇ ਪਾਠ ਕਰਾਤਾ ਜੀ ਅਸੀਂ। ਬਾਣੀ ਨੂੰ ਪੜ੍ਹਨਾ ਸੁਣਨਾ ਵੀ ਹੈ। ਤੇ ਸਾਧ ਸੰਗਤ ਦੀ ਇਤਿਹਾਸਕ ਪ੍ਰਮਾਣ ਲੈ ਲਓ। ਬਾਬਾ ਬੁੱਢਾ ਜੀ ਨੇ ਪਾਠ ਕੀਤਾ, 6ਵੇਂ ਪਾਤਸ਼ਾਹ ਨੇ ਸੁਣਿਆ ਪਾਠ। ਜਦੋਂ ਮਾਤਾ ਗੰਗਾ ਜੀ ਸੱਚਖੰਡ ਗਏ ਸੀ, ਗਮਨ ਕੀਤਾ ਸੀ ਸਾਧ ਸੰਗਤ ਜੀ, ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਜਦ ਸੱਚਖੰਡ ਗਏ ਨਾ, ਤੇ ਬਾਬਾ ਬੁੱਢਾ ਜੀ ਨੇ ਜਾਪ ਕੀਤਾ ਤੇ 6ਵੇਂ ਪਾਤਸ਼ਾਹ ਨੇ ਸੁਣਿਆ। ਤੇ ਉਹ ਆਪ ਗੁਰੂ ਰੂਪ ਹੋ ਕੇ ਸੁਣਦੇ ਆ, ਤੇ ਸਾਨੂੰ ਨਹੀਂ ਲੋੜ। ਸਾਧ ਸੰਗਤ ਜੀ 9-11 ਦਿਨਾਂ ਤੇ ਪਾਠ ਰਖਾਓ, ਮਹਾਰਾਜ ਦੀ ਸੇਵਾ ਕਰੋ। ਮਸਾਂ ਮਹਾਰਾਜ ਘਰ ਆਉਂਦੇ ਆ, ਤੇ ਫਿਰ ਗ੍ਰੰਥੀ ਸਿੰਘ ਤੋਂ ਪਾਠੀ ਸਿੰਘ ਤੋਂ ਪਾਠ ਸੁਣੋ ਮਹਾਰਾਜ ਦਾ। ਜੇ ਸਾਧ ਸੰਗਤ ਜੀ ਕਿ ਸਾਡੇ ਮਨ ਨੂੰ ਕੋਈ ਸੋਝੀ ਆਵੇ। ਤੇ ਕਬੀਰ ਸਾਹਿਬ ਕਹਿੰਦੇ ਵੀ ਜਦੋਂ ਉਹ ਪਾਂਧੇ ਨੇ ਸ਼ਿਕਾਇਤ ਲਾਈ ਨਾ ਜਾ ਕੇ ਸਾਧ ਸੰਗਤ ਜੀ ਉਹਦੇ ਪਿਤਾ ਹਰਨਾਕਸ਼ ਦੇ ਪਾਸ, ਹਰਨਾਕਸ਼ ਦੇ ਪਾਸ ਜਦੋਂ ਜਾ ਕੇ ਸ਼ਿਕਾਇਤ ਲਾਈ ਹੈ ਵੀ ਤੇਰਾ ਜਿਹੜਾ ਲੜਕਾ ਹੈ ਨਾ
ਪ੍ਰਹਿਲਾਦ ਮੈਂ ਜਿਹੜੀ ਪੜ੍ਹਾਈ ਪੜਾਉਂਦਾ ਉਹ ਨਹੀਂ ਪੜ੍ਹਦਾ, ਕਹਿੰਦਾ ਮੈਨੂੰ ਵਾਹਿਗੁਰੂ ਦੀ ਪੜ੍ਹਾਈ ਪੜ੍ਹਾਓ। ਇਹ ਪਾਂਦੇ ਜੇ ਤੂੰ ਪੜ੍ਹਾਉਣਾ ਹੀ ਹੈ ਮੈਨੂੰ ਬ੍ਰਹਮ ਵਿਦਿਆ ਪੜ੍ਹਾ। ਤੇ ਸਾਧ ਸੰਗਤ ਜੀ ਤੇ ਉਹਦੇ ਪਿਤਾ ਨੇ ਸੱਦ ਲਿਆ। ਸਾਧ ਸੰਗਤ ਜੀ ਉਸ ਵੇਲੇ ਜਦੋਂ ਪ੍ਰਹਿਲਾਦ ਭਗਤ ਜੀ ਨੂੰ ਪੁੱਛਿਆ ਹਰਨਾਕਸ਼ ਨੇ ਵੀ ਤੂੰ ਕੀ ਗੱਲ ਇਹ ਦੁਨਿਆਵੀ ਪੜ੍ਹਾਈ ਨਹੀਂ ਪੜ੍ਹਦਾ, ਤੇ ਕਹਿਣ ਲੱਗੇ ਪਿਤਾ ਜੀ ਇਹ ਜਿਹੜੀ ਪੜ੍ਹਾਈ ਹੈ ਨਾ ਦਰਗਾਹ ਤੇ ਕੰਮ ਨਹੀਂ ਆਉਂਦੀ। ਇਸ ਪੜ੍ਹਾਈ ਨੂੰ ਕਰਕੇ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ। ਇਹ ਪੜ੍ਹਾਈ ਕਰਕੇ ਤੇ ਹੰਕਾਰ ਹੀ ਵੱਧਦਾ ਹੈ। ਮਹਾਰਾਜ ਮੈਨੂੰ ਉਹ ਪੜ੍ਹਾਈ ਚਾਹੀ ਜਿਸ ਪੜ੍ਹਾਈ ਕਰਕੇ ਮੇਰਾ ਮਨ ਸ਼ਾਂਤ ਹੋਵੇ, ਮੇਰਾ ਮਨ ਸੀਤਲਤਾ ਵਿੱਚ ਜਾਏ। ਤੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਭਗਤ ਪ੍ਰਹਿਲਾਦ ਜੀ ਨੇ ਇਉਂ ਆਖਿਆ ਨਾ ਮਹਾਰਾਜ ਪਿਤਾ ਜੀ ਮੈਂ ਪਰਮੇਸ਼ਰ ਦੇ ਨਾਮ ਨੂੰ ਨਹੀਂ ਛੱਡਾਂਗਾ, ਤਾਂ ਭਗਤ ਕਬੀਰ ਸਾਹਿਬ ਬਚਨ ਉਚਾਰਦੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਧਿਆਨ ਦਿਓ ਇੱਧਰ, ਭਗਤ ਪ੍ਰਹਿਲਾਦ ਜੀ ਕਹਿੰਦੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰ ਔਰ ਪੜਨ ਸੋ ਨਾਹੀ ਕਾਮ। ਮਹਾਰਾਜ ਜੇ ਪੜ੍ਹਾਈ ਪੜ੍ਹਨੀ ਹੈ ਤੇ ਮੈਂ ਬ੍ਰਹਮ ਵਿਦਿਆ ਨੂੰ ਪੜ੍ਹਨਾ ਹੈ, ਆਤਮਿਕ ਵਿਦਿਆ ਨੂੰ। ਮੇਰੋ ਔਰ ਪੜਨ ਸੋ ਨਾਹੀ ਕਾਮ, ਮੈਂ ਹੋਰ ਪੜ੍ਹਾਈ ਨਹੀਂ ਪੜ੍ਹਨੀ। ਮਹਾਰਾਜ ਇਹ ਪਿਤਾ ਜੀ ਜੇ ਪੜ੍ਹਾਈ ਪੜਾਉਣੀ ਹੈ ਤੇ ਮੈਨੂੰ ਬ੍ਰਹਮ ਵਿਦਿਆ ਪੜਾਉਣੀ ਕਰੋ। ਤੇ ਉਹ ਬ੍ਰਹਮ ਵਿਦਿਆ ਕਿੱਥੋਂ ਮਿਲਦੀ ਹੈ? ਪਰਮੇਸ਼ਰ ਦੇ ਨਾਮ ਵਿੱਚੋਂ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਜੇ ਗਿਆਨ ਦੀ ਪ੍ਰਾਪਤੀ ਹੋਈ ਹੈ ਤਾਂ ਪ੍ਰਭੂ ਦੇ ਸਿਮਰਨ ਕਰਕੇ ਹੋਈ ਹੈ। ਕਬੀਰ ਸਾਹਿਬ ਨੂੰ ਕਿਤੇ ਪੜ੍ਹਨ ਦੀ ਸੀ ਲੋੜ ਪਈ ਤੇ ਕਿੰਨਾਂ ਨੂੰ ਗੁਰੂ ਧਾਰਿਆ? ਸਵਾਮੀ ਰਾਮਾਨੰਦ ਜੀ ਮਹਾਰਾਜ ਨੂੰ। ਸਾਧ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਦਰਜ ਹੈ। ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ। ਭਗਤ ਰਾਮਾਨੰਦ ਜੀ ਮਹਾਰਾਜ ਉਹਨਾਂ ਨੂੰ ਗੁਰੂ ਧਾਰਿਆ। ਤੇ ਕੀ ਆਖਿਆ ਸੀ? ਕਬੀਰ ਰਾਮ ਰਾਮ ਉਚਾਰਨਾ ਹੈ, ਰਾਮ ਰਾਮ। ਤੇ ਵੇਖੋ ਤੁਸੀਂ ਸਾਧ ਸੰਗਤ ਜੀ ਕਬੀਰ ਸਾਹਿਬ ਬ੍ਰਹਮ ਗਿਆਨੀ ਹੋ ਨਿਬੜੇ, ਬ੍ਰਹਮ ਗਿਆਨੀ। ਤੇ ਕੀ ਕਹਿੰਦੇ ਹੈ? ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਕਬੀਰ ਸਾਹਿਬ ਕਹਿੰਦੇ ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਮੈਨੂੰ ਕੋਈ ਪਹਿਚਾਣ ਨਹੀਂ ਸਕਦਾ, ਮੈਂ ਰਾਮ ਤੇ ਇੱਕ ਹੋ ਗਏ। ਸੋ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਮਹਾਰਾਜ ਕਹਿੰਦੇ ਨਹੀਂ ਛੋਡੋ ਰੇ। ਆਪਣੇ ਪਿਤਾ ਨੂੰ ਕਹਿੰਦਾ ਮਹਾਰਾਜ ਇਹ ਬਾਪੂ ਜੀ ਪਿਤਾ ਜੀ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਨਹੀਂ ਛੋਡੋ ਰੇ। ਨਹੀਂ
ਪਿਤਾ ਜੀ ਮੈਂ ਵਾਹਿਗੁਰੂ ਦੇ ਨਾਮ ਨੂੰ ਨਹੀਂ ਛੱਡਣਾ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰਾ ਔਰ ਪੜਨ ਸੋ ਨਾਹੀ ਕਾਮ, ਹੋਰ ਪੜ੍ਹਾਈ ਨਹੀਂ ਮੈਂ ਪੜ੍ਹਨੀ। ਸੋ ਸਾਧ ਸੰਗਤ ਜੀ, ਇਸੇ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਪ ਮਨ ਰਾਮ ਨਾਮ ਪੜ੍ਹ ਸਾਰ। ਆਖਣ ਲੱਗੇ ਨੇ ਹੇ ਮਨਾ ਪਰਮੇਸ਼ਰ ਦੀ ਪੜ੍ਹਾਈ ਪੜ੍ਹਨੀ ਕਰ ਜਿਹੜੀ ਸ੍ਰੇਸ਼ਟ ਹੈ। ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਤੇ ਸਾਰ ਨਾਮ ਸ੍ਰੇਸ਼ਟ ਦਾ ਮਹਾਰਾਜ ਕਹਿੰਦੇ ਇਹੀ ਨਾਮ ਰੂਪੀ ਧਨ ਸ੍ਰੇਸ਼ਟ ਹੈ। ਇਸ ਕਰਕੇ ਸਾਧ ਸੰਗਤ ਜੀ ਦੁਨੀਆ ਤੇ ਆਇਆਂ ਦਾ ਫਾਇਦਾ ਹੀ ਤਾਂ ਹੈ ਜੇ ਵਾਹਿਗੁਰੂ ਦੇ ਨਾਮ ਨੂੰ ਜਪਿਆ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ। ਸਾਧ ਸੰਗਤ ਜੀ ਹੁਣ ਇਹ ਗਿਆਨ ਨਾਮ ਗੁਰੂ ਪਾਸੋਂ ਪ੍ਰਾਪਤ ਹੋਣਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰੂ ਧਾਰ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਖਣਗੇ ਜੀ ਲੈ ਸਾਨੂੰ ਕੀ ਲੋੜ ਹੈ ਖੰਡੇ ਦੀ ਅੰਮ੍ਰਿਤ ਛਕਣ ਦੀ, ਕਲਗੀਧਰ ਤਾਂ ਛਕਦੇ ਆ ਭਾਈ ਦਇਆ ਸਿੰਘ ਤੋਂ ਮੰਗ ਕੇ, ਸਾਨੂੰ ਨਹੀਂ ਲੋੜ ਕਿਉਂਕਿ ਅਸੀਂ ਵੱਡੇ ਹੋ ਗਏ ਨਾ ਮਹਾਰਾਜ ਤੋਂ, ਅਸੀਂ ਬਹੁਤੇ ਸਿਆਣੇ ਹੋ ਗਏ। ਨਾ ਜੀ ਕੇਸ ਰੱਖਣ ਦੀ ਵੀ ਲੋੜ ਨਹੀਂ ਹੈ। ਆਖੀ ਜੀ ਇਹ ਸਿੱਖੀ ਤੇ ਅੰਦਰ ਦੀ ਹੁੰਦੀ ਹੈ। ਤੇ ਸਾਧ ਸੰਗਤ ਜੀ ਕੀ ਲੋੜ ਸੀ ਭਾਈ ਤਾਰੂ ਸਿੰਘ ਨੂੰ ਖੋਪੜ ਲਹਾਉਣ ਦੀ, ਅੰਦਰ ਦੀ ਸਿੱਖੀ ਹੁੰਦੀ, ਅੰਦਰ ਦੀ ਸਿੱਖੀ ਹੁੰਦੀ। ਕੀ ਲੋੜ ਹੈ ਸਾਧ ਸੰਗਤ ਜੀ ਚਰਖੜੀਆਂ ਤੇ ਚੜ੍ਹਨ ਦੀ। ਪਰ ਨਹੀਂ, ਇਤਿਹਾਸ ਪੜ੍ਹ ਕੇ ਵੇਖੋ ਕਲਗੀਧਰ ਮਹਾਰਾਜ ਨੂੰ ਕੀ ਲੋੜ ਸੀ। ਭਾਈ ਦਇਆ ਸਿੰਘ ਕਹਿੰਦੇ ਪਿਤਾ ਜੀ ਬਾਬੂ ਜੀ ਸਤਿਗੁਰੂ ਜੀ ਜੋੜਾ ਪਾ ਲਓ। ਮਹਾਰਾਜ ਕਹਿੰਦੇ ਜੋੜਾ ਨਹੀਂ ਪਾਵਾਂਗਾ ਕਿਉਂਕਿ ਇੱਥੇ ਮੇਰੇ ਸਿੱਖਾਂ ਦੇ ਮੇਰੇ 35 ਪੁੱਤਰਾਂ ਦੇ ਸ਼ਹੀਦ ਉਹ ਪਵਿੱਤਰ ਰੂਹਾਂ ਇੱਥੇ ਪਈਆਂ ਨੇ। ਤੇ ਕਿਤੇ ਜੰਗ ਲੜਦੇ ਹੋਏ ਦਸਤਾਰ ਖੁੱਲ ਗਈ ਹੋਣੀ ਹੈ, ਕਿਤੇ ਕੇਸਾਂ ਨੂੰ ਮੇਰਾ ਪੈਰ ਨਾ ਲੱਗ ਜਾਏ। ਤੇ ਕਲਗੀਧਰ ਦੇ 52 ਬਚਨ ਕੀ ਨੇ? ਕੇਸਾਂ ਦਾ ਗੁਰੂ ਜਾਣ ਕੇ ਅਦਬ ਕਰਨਾ ਕੇਸਾਂ ਦਾ। ਤੇ ਅੱਜ ਸਾਧ ਸੰਗਤ ਦੀ ਇਸ ਸਿੱਖ ਕੌਮ ਦੇ ਮਾੜੇ ਹਾਲਾਤ ਨੇ ਵੀ ਕੇਸਾਂ ਦੀ ਬੇਅਦਬੀ, ਕੇਸਾਂ ਦੀ। ਤੋ ਸਾਧ ਸੰਗਤ ਜੀ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਗੁਰੂ ਧਾਰਿਆ ਉਹਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ ਪੰਜਾਂ ਪਿਆਰਿਆਂ ਪਾਸੋਂ। ਕਿਉਂਕਿ ਨਾਮ ਜਪਣ ਦਾ ਵੀ ਅਧਿਕਾਰੀ ਹੋਣਾ ਚਾਹੀਦਾ। ਤੁਸੀਂ ਇਕੱਲਾ ਨਾਮ ਨਹੀਂ ਜਪ ਸਕਦੇ। ਚੱਕੀ ਫਿਰੋ PhD ਦੀਆਂ ਕਿਤਾਬਾਂ, ਜੇ ਤੁਹਾਡੇ ਕੋਲ ਕੋਈ ਉਹ ਟੀਚਰ ਨਹੀਂ ਹੈ, ਗੁਰੂ ਨਹੀਂ ਹੈ। ਗੁਰੂ ਹੋਣਾ ਲਾਜ਼ਮੀ ਹੈ ਨਾ। ਵਿਦਿਆ ਕੁਝ ਨਹੀਂ ਕਰ ਸਕਦੀ, ਉਹ ਪੜ੍ਹਾਵੇਗਾ ਕੌਣ? ਗੁਰੂ। ਤੇ ਬਾਣੀ ਪੜ੍ਹਨੀ, ਨਾਮ ਜਪਣਾ, ਸਤ ਸੰਗਤ ਕਰਨੀ ਕਰਾਵੇਗਾ ਕੌਣ? ਗੁਰੂ। ਸੋ ਸਾਧ ਸੰਗਤ ਜੀ ਇਸੇ ਕਰਕੇ ਦੁਨੀਆ ਤੇ ਆਇਆਂ ਦਾ ਫਾਇਦਾ ਹੀ ਤਾਂ ਹੈ ਜੇ ਸਤਿਗੁਰੂ ਦੇ ਅਨੁਸਾਰੀ ਹੋ ਕੇ ਚੱਲਦੇ ਆ। ਮਰਦੀ ਤਾਂ ਸਾਰੀ ਦੁਨੀਆ ਇੱਥੇ, ਪਰ ਉਹ ਪ੍ਰਵਾਨ ਨੇ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸਾਧ ਸੰਗਤ ਜੀ ਪ੍ਰਵਾਨ ਨੇ, ਸ਼ੋਭਨੀਕ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਬਾਰੇ ਕਹਿੰਦੇ ਭਾਈ ਆਇਆ ਸਫਲ, ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਤੇ ਆਇਆ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਇਆ ਉਹ ਸਫਲ ਨੇ। ਸਾਧ ਸੰਗਤ ਸਫਲ ਨੇ। ਇਸੇ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਾਮ ਨਾਮ ਬਿਨ ਥਿਰ ਨਹੀਂ ਕੋਈ। ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਕੋਈ ਇੱਥੇ ਥਿਰ ਨਹੀਂ ਹੈ। ਸਾਧ ਸੰਗਤ ਜੀ ਅਸੀਂ ਜਿੰਨੇ ਵੀ ਜੀਵ ਹਾਂ ਸਭ ਆਪੋ ਆਪਣੀ ਵਾਰੀ ਚਲੇ ਜਾਣਾ। ਇਹ ਕੋਈ ਬਹੁਤੀ ਸਾਧ ਸੰਗਤ ਜੀ ਨਵੀਂ ਗੱਲ ਨਹੀਂ ਹੈ। ਇਹ ਤੇ ਵਿਧੀ ਦਾ ਵਿਧਾਨ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਖੇਡ ਹੈ ਮਹਾਰਾਜ ਦੀ ਬਣਾਈ ਹੋਈ। ਤੇ ਸਦਾ ਰਹਿਣ ਵਾਲਾ ਕੌਣ ਹੈ? ਉਹ ਹੈ ਪਰਮੇਸ਼ਰ। ਦੁਨੀਆ ਹੈ ਨਹੀਂ ਸੀ ਨਾ ਜਦੋਂ, ਉਦੋਂ ਵੀ ਵਾਹਿਗੁਰੂ ਹੀ ਸੀ। ਹੁਣ ਵੀ ਪਰਮੇਸ਼ਰ ਹੀ ਸਦਾ ਰਹਿਣ ਵਾਲਾ ਹੈ। ਤੇ ਜਦੋਂ ਕੋਈ ਵੀ ਨਾ ਹੋਇਆ ਇੱਥੇ ਉਦੋਂ ਵੀ ਮੇਰਾ ਮਾਲਕ ਵਾਹਿਗੁਰੂ ਹੀ ਰਹੇਗਾ। ਤੇ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਦਿਨ ਰਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਮਹਾਰਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਮੁਕਾਮ ਉਹੀ ਏਕ ਹੈ।
ਜਿਹੜਾ ਵਾਹਿਗੁਰੂ ਦਾ ਮੁਕਾਮ ਹੈ ਨਾ, ਉਹੀ ਸਥਿਰ ਰਹਿਣ ਵਾਲਾ ਹੈ। ਸਾਧ ਸੰਗਤ ਜੀ, ਉਹੀ ਸਦਾ ਰਹਿਣ ਵਾਲਾ ਹੈ। ਦੁਨੀਆ ਤੇ ਕੋਈ ਚੀਜ਼ ਸਥਿਰ ਨਹੀਂ ਹੈ, ਕੋਈ ਸਥਿਰ ਨਹੀਂ ਹੈ। ਹੁਣ ਘਰ ਦੀ ਸਾਧ ਘਰ ਪਾਉਣੇ ਆਪਾਂ ਤੇ ਮਿਸਤਰੀ ਕਹਿੰਦੇ ਵੀ ਇਹਦੀ 50 ਕੁ ਸਾਲ ਬੁਨਿਆਦ ਹੋਵੇਗੀ ਤੇ 50 ਸਾਲਾਂ ਬਾਅਦ ਮਿੱਟੀ ਆਉਣਾ ਉਹਨੇ, ਪੱਕਾ ਨਹੀਂ ਹੈ। ਦਰਖਤ ਲਾਉਣੇ ਆ ਸਾਧ ਸੰਗਤ ਜੀ, ਆਂਡਿਆਂ ਤੋਂ ਪੈਦਾ ਹੁੰਦੇ ਨੇ ਸਾਧ ਸੰਗਤ ਜੀ ਜੀਵ, ਜੇਰ ਤੋਂ ਪੈਦਾ ਹੁੰਦੇ ਨੇ ਜੀਵ, ਉਤਪੁਜ ਬਨਸਪਤੀ ਤੋਂ ਇਹ ਸਾਧ ਸੰਗਤ ਜੀ ਬ੍ਰਿਸ਼ ਪੈਦਾ ਹੁੰਦੇ ਨੇ ਤੇ ਸਾਧ ਸੰਗਤ ਜੀ ਸਮੇਂ ਅਨੁਸਾਰ ਖਤਮ ਹੋ ਜਾਂਦੇ ਆ। ਸਮਾਂ ਹੈ, ਇੱਕ ਵਾਹਿਗੁਰੂ ਹੀ ਹੈ ਜਿਹੜਾ ਸਮੇਂ ਤੋਂ ਰਹਿਤ ਹੈ, ਸਮੇਂ ਤੋਂ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਸਾਡੇ ਤੇ ਸਮੇਂ ਦਾ ਪ੍ਰਭਾਵ ਹੈ। ਕਿਵੇਂ? ਕੱਲ ਬੱਚੇ ਸੀ, ਅੱਜ ਜਵਾਨੀ ਹੈ, ਪਰਸੋਂ ਬੁਢੇਪਾ ਹੈ। ਤੇ ਮਹਾਰਾਜ ਦੱਸਦੇ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਹ ਤਿੰਨ ਅਵਸਥਾਵਾਂ ਨੇ ਮਨੁੱਖ ਦੀਆਂ, ਬੱਚਾ, ਜਵਾਨੀ ਤੇ ਬੁਢੇਪਾ। ਸੁਣੇ ਸਿਆਣੇ ਹੋ ਤੁਸੀਂ, ਜੇ ਬੁਢੇਪਾ ਆ ਜੇ, ਬੁਢੇਪੇ ਤੋਂ ਬਾਅਦ ਜਵਾਨੀ ਬਚਪਨ ਨਹੀਂ ਆਉਂਦਾ, ਫਿਰ ਮੌਤ ਹੀ ਆਉਂਦੀ ਹੈ। ਇਸ ਕਰਕੇ ਅਸੀਂ ਸਮੇਂ ਦੇ ਅਧੀਨ ਹਾਂ ਤੇ ਪ੍ਰਮਾਤਮਾ ਸਮੇਂ ਤੋਂ ਵੱਖ ਹੈ। ਗੁਰੂ ਗ੍ਰੰਥ ਸਾਹਿਬ ਵੱਲ ਵੇਖੋ, ਜੁਗੋ ਜੁਗ ਟਾਲੇ ਨਾ, ਸਾਡੇ ਦਾਦੇ ਪੜਦਾਦੇ ਚਲੇ ਗਏ, ਅਸੀਂ ਚਲੇ ਜਾਣਾ ਤੇ ਮਹਾਰਾਜ ਤੇ ਉੱਥੇ ਹੀ ਹੈ, ਇਹ ਨਹੀਂ ਜਾਣ ਵਾਲੇ। ਇਸੇ ਕਰਕੇ ਮਹਾਰਾਜ ਗੁਰੂ ਰਾਮਦਾਸ ਪਿਤਾ ਕਹਿੰਦੇ, ਰਾਮ ਨਾਮ ਬਿਨ ਥਿਰ ਨਹੀਂ ਕੋਈ। ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ, ਕਿਉਂਕਿ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇੱਥੇ ਸਾਧੂ ਸਾਧ ਸੰਗਤ ਜੀ ਸਦਾ ਵਾਸਤੇ ਰਹਿਣਗੇ, ਕਬੀਰ ਸਾਹਿਬ ਵਰਗੇ। ਇੱਥੇ ਸਾਧੂ ਕੌਣ ਰਹਿੰਦੇ ਹੈ? ਸ਼੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਰਗੇ। ਦੇਖੋ ਸਰੀਰ ਕਰਕੇ ਚਲੇ ਗਏ, ਪਰ ਸਾਧ ਸੰਗਤ ਜੀ ਉਹਨਾਂ ਦੀ ਕਮਾਈ, ਉਹਨਾਂ ਦੀ ਸ਼ਹੀਦੀ ਦੁਨੀਆ ਤੱਕ ਜਾਣੀ ਗਈ ਹੈ। ਇਹ ਸਾਧੂ ਨਾਮ ਰਹਿਓ ਸਾਧੂ ਰਹਿਓ ਹੈ ਤੇ ਸਾਡੇ ਵਰਗੀ ਜਨਮ ਲੈ ਕੇ ਆਏ ਸੀ ਨਾ, ਪਰ ਕਮਾਈ ਕੀਤੀ, ਕਮਾਈ ਨਾਮ ਦੀ ਕਮਾਈ ਕੀਤੀ, ਜਿਸ ਕਰਕੇ ਜੀਵਨ ਸਾਧਿਆ ਗਿਆ। ਤੇ ਜਿਨ੍ਹਾਂ ਦਾ ਜੀਵਨ ਸਾਧਿਆ ਗਿਆ ਸਾਧੂ ਹੀ ਉਹ ਹੈ। ਚੋਲੇ ਦਾ ਨਾਮ ਸਾਧੂ ਨਹੀਂ ਹੈ ਵੀ 4 ਜਣੇ ਚੇਲੇ ਨਾਲ ਹੋਣ ਤੇ ਚੋਲਾ ਪਾਇਆ ਹੋਵੇ ਲੰਬਾ, ਸਾਰਾ ਕੁਝ ਹੀ ਹੂੰਝਦਾ ਜਾਂਦਾ ਹੋਵੇ, ਸੰਤਾਂ ਕੇ ਨਾ ਨਾ ਨਾ। ਸਾਧ ਕਿਹਨੂੰ ਆਖਿਆ ਹੈ? ਜਿਹਨੇ ਆਪਣੇ ਮਨ ਨੂੰ ਸਾਧ ਲਿਆ, ਜਿਹਦੀ ਆਤਮਾ ਸ਼ਾਂਤ ਹੋ ਗਈ। ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ 5 ਜਾਣੇ ਹੈ ਨਾ, 5 ਤੋਂ ਮਨ ਸ਼ਾਂਤ ਹੋ ਗਿਆ, ਉਹ ਸੰਤ ਹੈ। ਕੋਈ ਵੀ ਹੋ ਸਕਦਾ ਹੈ, ਪਰ ਗੁਰੂ ਅਨੁਸਾਰੀ ਹੋ ਸਕਦਾ, ਗੁਰੂ ਅਨੁਸਾਰੀ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਹੋਰ ਨਿਹਫਲ ਸਭ ਵਿਸਥਾਰ। ਨਿਹਫਲ, ਕੋਈ ਫਲ ਨਹੀਂ ਹੈ ਤੈਨੂੰ ਪ੍ਰਾਪਤ ਹੋਣਾ। ਇਹ ਜਿਹੜੇ ਤੂੰ ਮਾਇਆ ਦੇ ਧੰਦਿਆਂ ਦਾ ਵਿਸਥਾਰ ਕੀਤਾ ਹੈ ਨਾ, ਸਭ ਨਿਹਫਲ ਹੈ, ਝੂਠੇ ਹੈ। ਮਹਾਰਾਜ ਕਹਿੰਦੇ ਸਭ ਧੰਦੇ ਝੂਠੇ ਨੇ। ਜੇ ਸਾਧ ਸੰਗਤ ਜੀ ਇਸੇ ਕਰਕੇ ਕਿਰਤ ਕਰਦੇ ਹਾਂ, ਜੇ ਸਾਧ ਸੰਗਤ ਜੀ ਇਹ ਆਪਾਂ ਅਰਥਕ ਲੋੜਾਂ ਵਾਸਤੇ ਕਰਦੇ ਹਾਂ। ਯਾਦ ਰੱਖਿਓ, ਕਿਰਤ ਨੇ ਸਾਨੂੰ ਮੁਕਤੀ ਨਹੀਂ ਦੇਣੀ, ਮੁਕਤੀ ਨਾਮ ਨਹੀਂ ਦੇਣੀ ਹੈ। ਠੀਕ ਹੈ, ਕਿਰਤ ਕਰਦੇ ਹਾਂ ਸਾਧ ਸੰਗਤ ਜੀ, ਗ੍ਰਸਤੀ ਜੀਵਨ ਹੈ। ਤੇ ਤੁਸੀਂ ਕਦੇ ਕਿਰਤ ਦੇ ਵਿੱਚ ਜਾ ਕੇ ਆਪਣਾ ਜਨਮ ਐਵੇਂ ਨਾ ਲੰਘਾ ਦਿਓ, ਐਵੇਂ। ਤੇ ਸਾਧ ਸੰਗਤ ਜੀ ਕਿਰਤ ਦਾ ਤੋਂ ਬਾਅਦ ਦੂਜਾ ਬਚਨ ਨਾਮ ਜਪਣਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਹੈ। ਨਾਮ ਦੀ ਬੰਦਗੀ ਕਰਨੀ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਆਖਿਆ, ਘਾਲ ਖਾਏ ਕਛ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੇ। ਠੀਕ ਹੈ, ਘਾਲ ਕਮਾਈ ਕਰਨੀ, ਕਿਰਤ ਕਰਨੀ ਕਿਸੇ ਵੀ ਪ੍ਰਕਾਰ ਦੀ ਹੋਵੇ, ਪਰ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਵੀ ਕਰਨੀ ਲਾਜ਼ਮੀ ਹੈ, ਜਿਹਦੇ ਕਰਕੇ ਸਾਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਨਾਮ ਤੋਂ ਬਿਨਾਂ ਸਭ ਵਿਸਥਾਰ ਝੂਠਾ ਹੀ ਹੈ। ਰਹਾਓ ਕਿਆ ਲੀਜੈ ਕਿਆ ਤਜੀਏ ਬੌਰੇ। ਮਹਾਰਾਜ ਕਹਿੰਦੇ ਨੇ, ਦੁਨੀਆ ਤੋਂ ਤੂੰ ਕੁਝ ਵੀ ਨਹੀਂ ਲੈ ਕੇ ਜਾਣਾ, ਸਭ ਕੁਝ ਹੀ ਛੱਡ ਜਾਣਾ ਹੈ। ਧੀਆਂ ਪੁੱਤਰ ਸਾਗ ਸੰਬੰਧੀ, ਧਨ ਦੌਲਤ ਮਾਇਆ, ਕੋਠੀਆਂ ਕਾਰਾਂ, ਇਹ ਸਰੀਰ ਵੀ ਨਾਲ ਨਹੀਂ ਜਾਂਦਾ। ਸਰੀਰ ਵੀ ਸਾਧ ਸੰਗਤ ਜੀ ਲੱਕੜਾਂ ਦੇ ਹਵਾਲੇ ਕਰ ਦਿੰਦੇ ਆ, ਸਰੀਰ ਵੀ ਨਾਲ ਨਹੀਂ ਜਾਂਦਾ। ਜਿਸ ਸਰੀਰ ਦਾ ਤੂੰ ਮਾਣ ਕੀਤਾ ਨਾ, ਮੈਂ ਬੜਾ ਸੁੰਦਰ ਹਾਂ, ਮੇਰੇ 'ਚ ਬੜੀ ਤਾਕਤ ਹੈ,
ਜੇ ਸਾਧ ਸੰਗਤ ਜੀ ਸਰੀਰ ਵੀ ਸਾਥੀ ਨਹੀਂ ਬਣਦਾ। ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਫਰੀਦਾ ਚੱਬਣ ਚਲਨ ਰਤਨ ਸੇ ਸੁਣੀ ਅਰ ਬਹਿ ਗਏ। ਧਿਆਨ ਦਿਓ, ਚੱਬਣ ਭਾਵ ਦੰਦ ਵੀ ਤੇਰੇ ਸਾਥ ਛੱਡ ਗਏ। ਤੇ ਜਵਾਨੀ ਵਿੱਚ ਤੂੰ ਮਹਾਰਾਜ ਸਤਿਗੁਰੂ ਕਹਿੰਦੇ ਕਰੜੀ ਤੋਂ ਕਰੜੀ ਚੀਜ਼ ਵੀ ਮਹਾਰਾਜ ਕਹਿੰਦੇ ਤੇਰੇ ਦੰਦਾਂ ਥੱਲੇ ਆ ਜਾਂਦੀ ਸੀ ਨਾ, ਤਾਕਤ ਸੀ ਤੇਰੇ ਦੰਦਾਂ ਦੇ ਵਿੱਚ, ਭੰਨ ਦਿੰਦਾ ਸੀ ਤੂੰ। ਤੇ ਮਹਾਰਾਜ ਕਹਿੰਦੇ ਬੜੇ ਪਾ ਗਿਆ, ਚੱਬਣ ਚਲਨ ਰਤਨ, ਰਤਨਾ ਵਰਗੇ ਤੇਰੇ ਦੰਦ ਸੇ ਸੁਣੀ ਅਰ ਬਹਿ ਗਏ। ਬੋਲਾ ਹੋ ਗਿਆ ਤੇਰੇ ਕੰਨਾਂ ਵਿੱਚੋਂ ਤਾਕਤ ਚਲੀ ਗਈ। ਤੇ ਮਹਾਰਾਜ ਭਗਤ ਫਰੀਦ ਸਾਹਿਬ ਕਹਿੰਦੇ ਚੱਬਣ ਚਲਨ ਰਤਨ ਸੇ ਸੁਣੀ ਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਸਰੀਰ ਵੀ ਤੇਰਾ ਸਾਥੀ ਨਹੀਂ ਹੈ। ਠੀਕ ਹੈ ਅੱਜ ਸਮਾਂ ਹੈ, ਜਵਾਨੀ ਹੈ, ਬਚਪਨ ਹੈ, ਤੂੰ ਛਾਲਾ ਮਾਰਦਾ ਫਰੀਦਾ, ਇੰਨੀ ਨਿੱਕੀ ਜੰਗੀਏ ਥਲ ਡੋਂਗਰ ਭਵੇਂ ਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਤਾਂ ਭਗਤ ਫਰੀਦ ਸਾਹਿਬ ਕਹਿੰਦੇ ਨਾ, ਜਦੋਂ ਮੈਂ ਜਵਾਨੀ ਵਿੱਚ ਸੀ, ਇੰਨੀ ਨਿੱਕੀ ਜੰਗੀ ਹੈ, ਥਲ ਡੋਂਗਰ, ਡੂੰਗਰ ਕਹਿੰਦੇ ਨੇ ਪਹਾੜ ਨੂੰ, ਕਹਿੰਦੇ ਪਹਾੜ ਚੜ ਜਾਂਦੇ ਸੀ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਅੱਜ ਸਰੀਰ ਵਿੱਚ ਤਾਕਤ ਨਹੀਂ ਹੈ, ਅੱਜ ਫਰੀਦਾ ਕੂਜੜਾ ਤੇ ਕੁੱਜਾ ਪਿਆ ਹੈ ਨਾ। ਮਹਾਰਾਜ ਕਹਿੰਦੇ ਸਹਿ ਕੋਹਾਂ ਥੀ ਓਮ, ਇਉਂ ਲੱਗਦਾ ਜਿਵੇਂ 100 ਕੋਹਾਂ ਤੇ ਪਿਆ ਹੋਵੇ। ਅੱਖਾਂ ਵਿੱਚ ਜੋਤ ਚਲੀ ਗਈ, ਸਿਰ ਕੌਂਪਿਓ, ਪੱਗ ਡਗਮਗੈ, ਨੈਣ ਜੋਤ ਤੇ ਹੀਨ। ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਸਰੀਰ ਨੂੰ ਤੂੰ ਸਥਿਰ ਮੰਨੀ ਬੈਠਾ ਸੀ, ਸੱਚ ਮੰਨੀ ਬੈਠਾ ਸੀ, ਇਹ ਵੀ ਮਹਾਰਾਜ ਕਹਿੰਦੇ ਤੇਰੇ ਨਾਲ ਨਹੀਂ ਗਿਆ। ਕਿਆ ਤਜੀਏ ਬੌਰੇ, ਮਹਾਰਾਜ ਕਹਿੰਦੇ ਹੰਕਾਰ ਮਾਨ ਨੂੰ ਛੱਡ ਦੇ ਬੌਰੇ ਪਾਗਲ, ਜੋ ਦੀਸੈ ਸੋ ਛਾਰ। ਜੋ ਵੀ ਤੁਹਾਨੂੰ ਵੇਖਦਾ ਸਭ ਛਾਰ ਸੁਆਹੀ ਹੈ, ਮਿੱਟੀ ਹੋਈ ਹੈ। ਧਿਆਨ ਦਿਓ, ਸਤਿਗੁਰੂ ਜੀ ਨੇ ਜਗ ਰਚਨਾ ਸਭ ਝੂਠ ਆਖਿਆ। ਸਤਿਗੁਰੂ ਜੀ ਨੇ ਸੰਸਾਰ ਦੀ ਰਚਨਾ ਨੂੰ ਝੂਠ ਆਖਿਆ। ਸੱਚ ਤਾਂ ਪ੍ਰਤੀਤ ਹੈ, ਇਹਦੇ ਵਿੱਚ ਵਾਹਿਗੁਰੂ ਦੀ ਜੋਤ ਹੋਣੇ ਕਰਕੇ। ਇਹ ਸੱਚ ਨਹੀਂ ਹੈ, ਸੱਚ ਤਾਂ ਹੈ, ਤਾਂ ਪ੍ਰਤੀਤ ਹੁੰਦੀ ਹੈ ਸੱਚ ਕਿ ਇਹਦੇ ਵਿੱਚ ਵਾਹਿਗੁਰੂ ਦੀ ਸਤਾ ਹੈ, ਭਗਵਾਨ ਦੀ ਤਾਕਤ ਹੈ। ਹੁਣ ਧਿਆਨ ਦਿਓ, ਸਰੀਰ ਹੈ ਨਾ ਮੇਰਾ, ਇਹਦੇ ਵਿੱਚ ਜੋਤ ਹੋਣੀ ਕਰਕੇ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ। ਕਾਹਦੇ ਕਰਕੇ? ਆਤਮਾ ਕਰਕੇ। ਆਤਮਾ ਚਲੀ ਗਈ ਤੇ ਸਰੀਰ ਤੇ ਉਦੋਂ ਵੀ ਇਹੀ ਹੈ। ਤੇ ਸਾਧ ਸੰਗਤ ਜੀ ਬੜੀਆਂ ਤਾਂ ਮਾਰੀਆਂ ਜਾਂਦੀਆਂ ਨੇ, ਕਾਹਨੂੰ ਉੱਠਦਾ ਏ ਫਿਰ। ਇਸੇ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜੋ ਦਿਸੈ ਸੋ ਛਾਰ। ਸਭ ਕੁਝ ਹੀ ਸਵਾਹ ਹੈ ਜੋ ਤੂੰ ਵੇਖ ਰਿਹਾ ਇੱਥੇ, ਸਭ ਨਾਸ਼ ਹੋਣ ਵਾਲਾ ਹੈ। ਇੱਕ ਵਾਹਿਗੁਰੂ ਹੈ, ਉਹੀ ਸੱਚਾ ਹੈ। ਤਾਂ ਕਬੀਰ ਜੀ ਕਹਿੰਦੇ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸੁਮਨ। ਤਾਂ ਮਹਾਰਾਜ ਕਹਿੰਦੇ ਭਾਈ ਇਸੇ ਕਰਕੇ ਇਹ ਜਿਹੜਾ ਕੁਝ ਤੇਰਾ ਪ੍ਰਪੰਚ ਰਚਿਆ ਨਾ ਦਿਸਣ ਵਿੱਚ ਆਉਂਦਾ ਹੈ, ਸਭ ਮਹਾਰਾਜ ਕਹਿੰਦੇ ਕਾਲ ਰੂਪੀ ਅਗਨੀ ਨੇ ਨਾਸ਼ ਕਰ ਦੇਣਾ ਹੈ। ਜਦੋਂ ਕਾਲ ਰੂਪੀ ਅੱਗ ਵਰੀ, ਸਾਰਿਆਂ ਤੇ ਵਰਨੀ ਹੈ, ਕਾਲ ਨੇ ਸਾਰਿਆਂ ਤੇ ਆਉਣਾ ਹੈ। ਕੋਈ ਇਹ ਨਾ ਆਖੇ ਵੀ ਅਸੀਂ ਬਚ ਜਾਵਾਂਗੇ। ਸਾਧ ਸੰਗਤ ਜੀ ਕੋਈ ਨਹੀਂ ਬਚ ਸਕਦਾ, ਕਿਉਂਕਿ ਕਬੀਰ ਜੀ ਕਹਿੰਦੇ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਬਈ ਹੈ ਰੇ, ਤੇ ਬਾਰੇ ਬੁੱਢੇ ਤਰਨਾ ਭਈਆ ਸਭੂ ਜਮ ਲੈ ਜਾਈ ਹੈ ਰੇ। ਇਸੇ ਕਰਕੇ ਸਾਧ ਸੰਗਤ ਜੀ ਇੱਥੋਂ ਤੱਕ ਮਹਾਰਾਜ ਕਹਿੰਦੇ ਰਾਜਾ ਪਰਜਾ ਸਮ ਕਰ ਮਾਰੇ। ਰਾਜਾ ਹੋਵੇ ਕੋਈ ਰਾਜ ਕਮਾਉਂਦਾ, ਸਾਧ ਸੰਗਤ ਜੀ ਪਰਜਾ ਉਹਦੀ ਮਹਾਰਾਜ ਕਹਿੰਦੇ ਸੈਨਾ ਹੋਵੇ, ਲੋਕ ਹੋਣ। ਰਾਜਾ ਤੇ ਪਰਜਾ ਨੂੰ ਮੌਤ ਇੱਕ ਸਮਾਨ ਮਾਰਦੀ ਹੈ, ਭਾਵ ਸਾਰਿਆਂ ਨੂੰ ਹੀ ਆਉਂਦੀ ਹੈ। ਤੇ ਸਾਧ ਸੰਗਤ ਜੀ ਆ ਜਿਹੜੇ ਟਕੇ ਦੇ ਲੀਡਰ ਮਾਣ ਕਰੀ ਬੈਠੇ ਹੰਕਾਰ ਕਿ ਅਸੀਂ ਜਾਣਾ ਨਹੀਂ ਹੈ ਦੁਨੀਆ ਤੋਂ। ਕਬੀਰ ਸਾਹਿਬ ਤਾਂ ਕਹਿੰਦੇ ਨੇ ਰਾਜਾ ਪਰਜਾ ਸਮ ਕਰ ਮਾਰੇ। ਜਿਹੜੀ ਮੌਤ ਹੈ ਨਾ, ਰਾਜਾ ਰਾਜ ਕਮਾਵੇ ਕੋਈ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ। ਤੁਸੀਂ ਇੱਕ ਖੰਡ ਦੀ ਕੀ ਗੱਲ ਕਰਦੇ ਹੋ, ਨਵਾਂ ਖੰਡਾਂ ਦਾ ਵੀ ਰਾਜ ਕਮਾਵੇ ਕੋਈ। ਤੇ ਮਹਾਰਾਜ ਕਹਿੰਦੇ ਅੰਤ ਚਲੇ ਗੋਹਾਰੀ। ਹਾਰ ਕੇ ਹੀ ਜਾਂਦਾ ਹੈ ਭਾਈ, ਅੰਤ ਨੂੰ ਹਾਰਿਆ ਹੋਇਆ ਹੀ ਸਮਝਦਾ ਆਪਣੇ ਆਪ ਨੂੰ। ਇਸ ਕਰਕੇ ਰਾਜਾ ਪਰਜਾ ਸਮ ਕਰ ਮਾਰੇ,
ਐਸੋ ਕਾਲ ਵਡਾਨੀ ਰੇ ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ ਵਡਾਨੀ ਰੇ ਰਾਜਾ ਪਰਜਾ ਸੰਕਰ ਮਾਰੇ ਮਹਾਰਾਜ ਕਹਿੰਦੇ ਰਾਜਾ ਹੋਵੇ ਚਾਹੇ ਤੇ ਰਾਜਾ ਦੀ ਪਰਜਾ ਲੋਕ ਹੋਣ, ਮੌਤ ਮਹਾਰਾਜ ਕਹਿੰਦੇ ਇੱਕ ਸਮਾਨ ਮਾਰਦੀ ਏ ਸਾਰਿਆਂ ਨੂੰ। ਇਸੇ ਕਰਕੇ ਸਾਧ ਸੰਗਤ ਜੀ ਜੋ ਵੀ ਤੁਹਾਨੂੰ ਵਿਖਦਾ ਸਭ ਛਾਰ ਹੈ, ਮਿੱਟੀ ਹੈ, ਨਾਸ਼ ਹੋਣ ਵਾਲਾ ਹੈ। ਕਾਲ ਰੂਪੀ ਅਗਨੀ ਨੇ ਸਾਰਿਆਂ ਨੂੰ ਨਾਸ਼ ਕਰਨਾ। ਸੋ ਸਾਧ ਸੰਗਤ ਜੀ ਸਤਿਗੁਰੂ ਕਹਿੰਦੇ ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਨੋ, ਵਿਖਿਆ ਜ਼ਹਿਰ ਨੂੰ ਆਖਿਆ। ਮਹਾਰਾਜ ਕਹਿੰਦੇ ਇਹ ਮਾਇਆ ਰੂਪੀ ਜ਼ਹਿਰ ਨੂੰ ਤੂੰ ਆਪਣੀ ਮੰਨੀ ਬੈਠਾ ਹੈ। ਤੇ ਸਾਧ ਸੰਗਤ ਜੀ ਤੇ ਮੈਂ ਬਹੁਤ ਵਾਰ ਕਹਿੰਦਾ ਹੁਣਾ ਕਥਾ ਵਿੱਚ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਾਟ ਸੋ ਹੈ। ਹੁਣ ਮਹਾਰਾਜ ਬਚਨ ਕਰਦੇ ਗੁਰੂ ਅਰਜਨ ਸਾਹਿਬ ਜੀ, ਤਨਵੰਤਾ ਹੋਏ ਕਿਆ ਕੋ ਗਰਭ ਹੈ। ਮਹਾਰਾਜ ਕਹਿੰਦੇ ਮਾਇਆ ਪਰਮੇਸ਼ਰ ਦੀ ਹੈ, ਅਕਾਲ ਪੁਰਖ ਦੀ ਮਾਇਆ ਤੇ ਅਸੀਂ ਕੌਣ ਹੁੰਦੇ ਹਾਂ ਹੰਕਾਰ ਕਰਨ ਵਾਲੇ। ਅਸੀਂ ਜੀ 4 ਕਿੱਲੇ ਬਣਾ ਲਏ, ਮੇਰੇ ਦਾਦੇ ਪੜਦਾਦਿਆਂ ਨੇ 8 ਕਿੱਲੇ ਬਣਾ ਲਏ, ਉਹ ਕਾਹਦਾ ਮਾਣ ਹੈ ਇੱਥੇ। ਤਨਵੰਤਾ ਹੋਏ ਕਿਆ ਕੋ ਗਰਭੈ, ਜਾਂ ਸਭ ਕੁਛ ਤਿਸਕਾ ਦੀਆ ਦਰਬੈ। ਸਾਰਾ ਕੁਝ ਤੇ ਵਾਹਿਗੁਰੂ ਦਾ ਹੈ। ਤੇ ਧਿਆਨ ਦਿਓ ਐਵੇਂ ਨਾ ਹੰਕਾਰ ਚੱਕੀ ਫਿਰਿਆ ਕਰੋ ਸਾਡੇ ਦਾਦਿਆਂ ਨੇ ਫਲਾਣੇ ਕੰਮ ਕੀਤੇ ਆ। ਜੇ ਵਾਹਿਗੁਰੂ ਤਾਕਤੀ ਨਾ ਦਿੰਦਾ ਲੂਲਾ ਲੰਗੜਾ ਬਣਾ ਦਿੰਦਾ, ਕਿੱਥੋਂ ਤੇਰਾ ਦਾਦਾ ਤੇਰਾ ਪਿਓ ਮਹਾਰਾਜ ਸਤਿਗੁਰੂ ਕਹਿੰਦੇ ਜ਼ਮੀਨ ਬਣਾ ਲੈਂਦਾ। ਇਹ ਫੋਕੇ ਹੰਕਾਰ ਹੈ। ਉਹ ਗੁਰਸਿੱਖੋ ਬਾਣੀ ਨਾਲ ਜੁੜੋ, ਮੈਨੂੰ ਨਹੀਂ ਲੱਗਦਾ ਕੋਈ ਹੰਕਾਰ ਕਰੇ। ਸਾਧ ਸੰਗਤ ਜੀ ਸਤਿਗੁਰੂ ਜੀ ਨੇ ਹੰਕਾਰ ਨੂੰ ਕੱਢਣਾ। ਤੇ ਮਹਾਰਾਜ ਨੇ ਦੱਸਿਆ ਫਿਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਜਾਂ ਸਭ ਕੁਛ ਤਿਸਕਾ ਦੀਆ ਦਰਬੈ। ਦਰਬੈ ਨਾਮ ਹੈ ਮਾਇਆ ਦਾ, ਇਹ ਮਾਇਆ ਮਹਾਰਾਜ ਦੀ ਬਖਸ਼ੀ ਹੋਈ ਹੈ। ਤੇ ਬਾਣੀ ਕਹਿੰਦੀ ਕਈ ਕੋਟ ਘਾਲੇ ਥੱਕ ਪਾਏ, ਕਰੋੜਾਂ ਦੀ ਗਿਣਤੀ ਵਿੱਚ ਮਹਾਰਾਜ ਕਹਿੰਦੇ ਘਾਲ ਕਮਾਈ ਕਰਕੇ ਥੱਕ ਗਏ, ਪਰ ਕੌਡੀ ਨਹੀਂ ਮਿਲੀ ਉਹਨਾਂ ਨੂੰ। ਇਹ ਤੇ ਤੇਰੇ ਤੇ ਵਾਹਿਗੁਰੂ ਦੀ ਬਖਸ਼ਿਸ਼ ਹੈ। ਤੇਰੇ ਪਾਸ 4 ਕੁ ਛੱਲੜ ਮਾਇਆ ਦੇ ਨੇ, ਐਵੇਂ ਮਾਣ ਨਾ ਕਰ ਕਬੀਰ ਸਾਹਿਬ ਕਹਿੰਦੇ ਨੇ। ਕਹਾਂ ਨਰ ਗਰਭ ਥੋੜੀ ਬਾਤ, ਮਨ ਦਾ ਸਨਾਜ ਟਕਾ 4 ਗਾਂਠੀ ਐਂਡੋ ਟੈਡੋ ਜਾਤ। ਐਵੇਂ ਨਾ ਹੰਕਾਰ ਵਿੱਚ ਤੁਰਿਆ ਕਰ। ਸੋ ਸਤਿਗੁਰੂ ਦੱਸਦੇ ਆ ਮਹਾਰਾਜ। ਸਾਧ ਸੰਗਤ ਜੀ ਜਿੰਨਾ ਚਿਰ ਤੁਹਾਨੂੰ ਗਿਆਨ ਨਹੀਂ ਨਾ ਹੁੰਦਾ, ਉਸ ਗਿਆਨ ਨਹੀਂ ਲੈਂਦੇ ਸਾਧ ਸੰਗਤ ਦੇ ਵਿੱਚ ਜਾ ਕੇ,
ਤੇ ਸਾਧ ਇਸ ਗੱਲਾਂ ਦੀ ਸਾਨੂੰ ਸੋਝੀ ਨਹੀਂ ਆਵੇਗੀ। ਠੀਕ ਹੈ, ਸਾਡੀ ਉਮਰ ਲੰਬੇਰੀ ਹੋ ਗਈ, ਕੋਈ ਸਾਧ ਸੰਗਤ ਜੀ ਜਵਾਨੀ ਵਿੱਚ ਹੈ, ਕੋਈ ਬੁਢੇਪੇ ਵਿੱਚ ਹੈ, ਪਰ ਜਿਹੜਾ ਗਿਆਨ ਹੈ ਨਾ ਇਹ ਤੇ ਮਹਾਰਾਜ ਦੇ ਪਾਸੋਂ ਹੀ ਪ੍ਰਾਪਤ ਹੋਣਾ ਹੈ। ਤੇ ਸਾਧ ਸੰਗਤ ਜੀ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਨੋ, ਜਿਹੜੀ ਇਹ ਮਾਇਆ ਰੂਪੀ ਜ਼ਹਿਰ ਨੂੰ ਤੂੰ ਆਪਣੀ ਮੰਨੀ ਬੈਠਾ ਨਾ ਮੇਰੀ ਹੈ। ਮਹਾਰਾਜ ਕਹਿੰਦੇ ਸਾਹ ਛਾੜ ਜਾਹੋ ਸਿਰ ਭਾਰ, ਇਹਨੂੰ ਛੱਡ ਕੇ ਚਲੇ ਜਾਣਾ ਹੈ ਤੂੰ, ਸਾਹ ਛਾੜ ਜਾਹੋ ਸਿਰ ਭਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਤਨਾ ਖਟੀਆ ਗਠੀਆਂ ਮਟੀਆਂ ਸੰਗ ਨਾ ਕੱਛ ਲੈ ਜਾਏ, 4 ਦਿਨ ਆਪਣੀ ਨੌਬਤ ਚਲੇ ਬਜਾਏ। ਮਾਇਆ ਦੇ ਕਰਕੇ ਤੂੰ 4 ਦਿਨ ਆਪਣੀ ਨੌਬਤ ਭਾਵ ਆਪਣਾ ਹੁਕਮ ਮਹਾਰਾਜ ਕਹਿੰਦੇ ਬਜਾ ਕੇ ਚਲਿਆ ਜਾਏਗਾ। ਬੜੇ ਬੜੇ ਦੁਨੀਆ ਤੇ ਐਸੇ ਰਾਜੇ ਹੋਏ, 4 ਕੁ ਦਿਨ ਆਪਣਾ ਹੁਕਮ ਚਲਾਇਆ ਤੇ ਸਾਧ ਸੰਗ ਜੀ ਤੁਰਦੇ ਬਣੇ। ਮਹਾਰਾਜ ਕਹਿੰਦੇ ਇਤਨਾ ਖਟੀਆ ਇੰਨੀ ਮਾਇਆ ਤੂੰ ਇਕੱਠੀ ਕਰ ਲਵੇਂ ਕਿ ਗਠੀਆਂ ਮਟੀਆਂ ਗੰਢੜੀਆਂ ਵੀ ਬੰਨ ਲਵੇਂ ਤੂੰ ਮਾਇਆ ਦੀ, ਸੰਗ ਨਾ ਕੱਛ ਲੈ ਜਾਏ, ਨਾਲ ਨਹੀਂ ਤੇਰੇ ਜਾਵੇਗਾ। ਪਰ ਸਾਧ ਸੰਗਤ ਜੀ ਮੈਂ ਕਹਿ ਦਿੱਤਾ ਤੁਸੀਂ ਸੁਣ ਲਿਆ, ਉੱਦਾਂ ਵੀ ਤੁਸੀਂ ਭੋਗ ਤੇ ਜਾਂਦੇ ਹੋਵੋਗੇ ਸਾਧ ਸੰਗਤ ਜੀ, ਜਾਣੇ ਹੀ ਆਪਾਂ ਸਾਰੇ। ਪਰ ਸਾਧ ਇਸ ਅਵਸਥਾ ਤੇ ਕੌਣ ਪਹੁੰਚਦਾ? ਸੁਣ ਲਿਆ, ਕਹਿ ਦਿੱਤਾ, ਇਹ ਸਾਧ ਸੰਗਤ ਜੀ ਸੁਣਦੇ ਹੀ ਆਪਾਂ ਸਾਰੇ। ਤੇ ਇਹ ਅਵਸਥਾ ਤੇ ਪਹੁੰਚਦਾ ਕਦੋਂ ਹੈ ਮਨੁੱਖ? ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰੇ, 5 ਬਾਣੀਆਂ ਦਾ ਨਿਤਨੇਮੀ ਹੋਏ, ਸਤ ਸੰਗੀ ਹੋਏ, ਗੁਰ ਕੀ ਆਗਿਆ ਸਤ ਸਤ ਕਰ ਮਾਨੀ ਤੇ ਪਹਿਰਾ ਦਵੇ, ਉਦੋਂ ਫਿਰ ਸੋਝੀ ਆਉਂਦੀ ਹੈ ਮਨਾ। ਸਤ ਮਹਾਰਾਜ ਕਹਿੰਦੇ ਹੈ ਠੀਕ ਹੈ ਕਿਰਤ ਕਰਨੀ ਹੈ, ਪਰਿਵਾਰ ਨੂੰ ਪਾਲਣਾ ਹੈ, ਗ੍ਰਸਤ ਵਿੱਚ ਰਹਿਣਾ, ਪਰ ਮਨਾ ਨਾਮ ਵੀ ਜਪਣਾ। ਉਹ ਜ਼ਰੂਰ ਗੁਟਕੇ ਸਾਹਿਬ ਚੱਕਦੇ ਹੈ, ਜ਼ਰੂਰ ਅੰਮ੍ਰਿਤ ਧਾਰੀ ਹੋ ਕੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੇ ਹੈ। ਸਾਧ ਸੰਗਤ ਜੀ ਦਸਵੰਧ ਵੀ ਕੱਢਦੇ ਹੈ। ਮਹਾਰਾਜ ਦਾ ਬਚਨ ਹੈ ਨਾ, ਗੁਰਮੁਖ ਨਾਮ ਦਾਨ ਇਸ਼ਨਾਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਗੁਰਮੁਖ ਹੈ ਨਾ ਜਿਹੜਾ, ਉਹ ਮਨ ਦਾ ਇਸ਼ਨਾਨ ਕਰਦਾ, ਤਨ ਦਾ ਇਸ਼ਨਾਨ ਕਰਕੇ ਬਾਣੀ ਪੜ੍ਹਦਾ, ਨਾਮ ਦਾ ਅਭਿਆਸ ਕਰਦਾ ਤੇ ਦਾਨ ਦਸਵੰਧ ਕੱਢਦਾ। ਮਹਾਰਾਜ ਦਾ ਬਚਨ ਹੈ। ਤੇ ਸਾਧ ਸੰਗਤ ਜੀ ਦਸਵੰਧ ਕੱਢਣ ਬਾਬਤ ਵੀ ਸੁਣ ਲਓ। ਜੋ ਬਾਬੇ ਕੋ ਦਾਮ ਨਾ ਦੇ ਹੈ ਤਨ ਕੇ ਗਏ ਫਿਰ ਬਾਬਰ ਕੇ ਲੈ ਹੈ। ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿੰਦੇ ਨੇ 10ਵੀਂ ਬਾਣੀ 'ਚ, ਜਿਹੜੇ ਭਾਈ ਬਾਬੇ ਕੋ ਦਾਮ ਨਾ ਦੇ ਹੈ, ਗੁਰਸਿੱਖਾਂ ਦੀ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ। ਮਹਾਰਾਜ ਸਤਿਗੁਰੂ ਕਹਿੰਦੇ ਜਿਹੜੇ ਭਾਈ ਸੰਤਾਂ ਦੀ ਸੇਵਾ, ਸਤਿਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਕਿਸੇ ਗਰੀਬ ਦੀ ਸੇਵਾ ਨਹੀਂ ਨਾ ਕਰਦਾ, ਤੇ ਮਹਾਰਾਜ ਕਹਿੰਦੇ ਤਨ ਕੇ ਗਏ ਫਿਰ ਬਾਬਰ ਕੇ ਲੈ ਹੈ। ਤੇ ਪੁੱਠੇ ਪਾਸੇ ਮਾਇਆ ਨਿਕਲ ਜੂ, ਕੋਈ ਮੁਕੱਦਮਾ ਚੱਲ ਜਾਏਗਾ, ਭੈੜੀ ਬਿਮਾਰੀ ਲੱਗ ਜਾਏਗੀ। ਇਸ ਕਰਕੇ ਸਾਧ ਸੰਗਤ ਜੀ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ, ਗੁਰੂ ਘਰਾਂ ਵਾਸਤੇ, ਗਰੀਬਾਂ ਵਾਸਤੇ। ਸਤਿਗੁਰੂ ਜੀ ਦਾ ਬਚਨ ਹੈ। ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹੈ, ਸੱਚੇ ਪਾਤਸ਼ਾਹ ਕਹਿੰਦੇ ਨੇ ਸਾਹ ਛਾੜ ਜਾਹੋ ਸਿਰ ਭਾਰ। ਸਿਰ ਤੇ ਪਾਪਾਂ ਦਾ ਭਾਰ ਉਠਾਉਣਾ ਪੈਣਾ ਹੈ, ਤੇ ਪਾਪਾਂ ਦਾ ਭਾਰ ਲੈ ਕੇ ਪਰਲੋਕ ਨੂੰ ਜਾਵੇਗਾ। ਪਾਪੀ ਬਾਧਾ ਰੇ ਨਾਇਆ। ਮਹਾਰਾਜ ਕਹਿੰਦੇ ਸਸਤ ਵੱਖਰ ਤੂੰ ਘਿੰਨਹਿ ਨਾਹੀ ਆਸਾ ਰਾਗ ਦੇ ਵਿੱਚ। ਪਰਮਾਤਮਾ ਦਾ ਜਿਹੜਾ ਨਾਮ ਰੂਪੀ ਸੌਦਾ ਸੀ ਨਾ, ਉਹਨੂੰ ਤੂੰ ਇਕੱਠਾ ਨਹੀਂ ਕੀਤਾ। ਧਿਆਨ ਦਿਓ, ਸਸਤ ਵੱਖਰ ਘਿੰਨਹਿ ਤੂੰ ਘਿੰਨਹਿ ਨਾਹੀ। ਘਿੰਨਹਿ ਦਾ ਭਾਵ ਹੈ ਇਕੱਤਰ ਕਰਨਾ, ਲੈ ਲੈਣਾ। ਤੂੰ ਨਾਮ ਰੂਪੀ ਸੌਦੇ ਨੂੰ ਤੇ ਲਿਆ ਨਹੀਂ, ਕੀਤਾ ਕੀ? ਪਾਪੀ ਬਾਧਾ ਰੇ ਨਾਇਆ। ਪਾਪਾਂ ਦੀ ਕੋਟਲੀ ਨੂੰ ਸਿਰ ਤੇ ਬੰਨ ਲਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਮਹਾਰਾਜ ਕਹਿੰਦੇ ਭਾਈ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ। ਔਗਣਾ ਨੂੰ ਬੰਨ ਲਿਆ। ਇਹ ਸਾਧ ਸੰਗਤ ਜੀ ਵੇਖਿਆ ਹੈ, ਔਗਣੀ ਇਕੱਠੇ ਕਰਦੇ ਆ, ਗੁਣ ਨੂੰ ਕੋਈ ਇਕੱਠਾ ਨਹੀਂ ਕਰਦਾ। ਗੁਣ ਨਹੀਂ ਇਕੱਠੇ ਕਰਦੇ ਅਸੀਂ, ਕਿਉਂਕਿ ਆਪ ਅਸੀਂ ਔਗਣ ਧਾਰੀ ਹਾਂ, ਔਗੁਣਾਂ ਨੂੰ ਹੀ ਵੇਖਦੇ ਹਾਂ। ਸੋ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੱਸਦੇ ਹੈ, ਤਿਲ ਤਿਲ ਪਲ ਪਲ ਔਦ ਫੁਨ ਘਟੈ। ਕਹਿੰਦੇ ਮਹਾਰਾਜ ਜੀ ਫੇਰ ਕਦੇ ਬਾਣੀ ਪੜ੍ਹ ਲਾਂਗੇ। ਸਤਿਗੁਰੂ ਕਹਿੰਦੇ ਨਹੀਂ, ਖਿੰਨ ਖਿੰਨ ਕਰਕੇ, ਤਿਲ ਤਿਲ ਕਰਕੇ, ਪਲ ਪਲ ਕਰਕੇ ਔਦ ਫੁਨ ਘਟੈ। ਔਦ ਨਾਮ ਹੈ ਉਮਰ ਦਾ, ਏਜ ਦਾ।
ਕੱਚੇ ਘੜੇ ਵਿੱਚ ਪਾਣੀ ਹੈ ਨਾ ਸਾਧ ਸੰਗਤ ਜੀ, ਸਿੰਮੀ ਜਾਂਦਾ ਹੈ। ਸਵਾਸਾਂ ਨੂੰ ਵੀ ਕੱਚੇ ਘੜੇ ਨੂੰ, ਇਹ ਸਰੀਰ ਕੱਚੇ ਘੜੇ ਦੀ ਨਿਆਈ ਹੈ, ਇਹਦੇ ਵਿੱਚ ਸਵਾਸਾਂ ਰੂਪੀ ਪਾਣੀ ਹੈ। ਤੇ ਜਿਵੇਂ ਕੱਚੇ ਘੜੇ ਵਿੱਚ ਤੁਹਾਨੂੰ ਪਤਾ ਹੈ ਵੀ ਪਾਣੀ ਸਿਮਦਾ ਹੀ ਹੈ ਸਾਧ ਸੰਗਤ ਜੀ, ਸਿਮਦਾ ਸਿਮਦਾ ਇੱਕ ਦਿਨ ਘੜਾ ਖਾਲੀ ਹੋ ਜਾਵੇਗਾ। ਤਾਂ ਮਹਾਰਾਜ ਕਹਿੰਦੇ ਸਵਾਸਾਂ ਰੂਪੀ ਜਿਹੜਾ ਪਾਣੀ ਹੈ ਨਾ, ਦੇਹ ਰੂਪੀ ਕੱਚੇ ਘੜੇ 'ਚ ਹੈ, ਇੱਕ ਦਿਨ ਨਿਕਲ ਜਾਵੇਗਾ। ਸੋ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਐਵੇਂ ਨਾ ਆਖ ਮੈਂ ਪੜ੍ਹ ਲਾਂਗਾ ਬਾਣੀ, ਬੁਢੇਪੇ ਵਿੱਚ ਤੇ ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ। ਅੱਖਾਂ ਵਿੱਚੋਂ ਜੋਤ ਚਲੀ ਗਈ, ਕੰਨ ਸਾਧ ਸੰਗਤ ਜੀ ਸੁਣ ਨਹੀਂ ਸਕਦੇ, ਰਸਨਾ ਬੋਲੇਗੀ ਨਹੀਂ ਕਿਉਂਕਿ ਤਾਕਤ ਨਹੀਂ ਹੈ, ਘਰੋਂ ਉੱਠ ਕੇ ਗੁਰੂ ਘਰ ਜਾ ਨਹੀਂ ਸਕੇਗਾ। ਇਹ ਹੁਣ ਵੇਲਾ ਹੈ, ਹੁਣ ਵੇਲਾ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਤਿਲ ਤਿਲ ਪਲ ਪਲ ਔਧ ਫੁਨ ਘਾਟੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਇਹ ਮੁੱਖ ਵਾਕ ਹੈ ਜੋ ਆਪ ਜੀ ਸਰਵਣ ਕਰ ਰਹੇ ਹੋ ਵਿਸਥਾਰ ਸਹਿਤ। ਤਿਲ ਤਿਲ ਕਰਕੇ, ਪਲ ਪਲ ਕਰਕੇ ਉਮਰ ਤੇਰੀ ਘਾਟ ਰਹੀ ਹੈ। ਬੂਝ ਨਾ ਸਕੈ ਗਵਾਰ, ਗਵਾਰ ਮੂਰਖ ਨੂੰ ਕਹਿੰਦੇ ਨੇ, ਪਾਗਲ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਬੁੱਝ ਨਹੀਂ ਸਕਿਆ, ਸਮਝ ਨਹੀਂ ਸਕਿਆ। ਇਹ ਸਾਧ ਮੈਂ ਪਹਿਲੀ ਬਚਨ ਕਰ ਚੁੱਕੇ ਹਾਂ, ਆਪਾਂ ਬੜਿਆਂ ਭੋਗਾਂ ਤੇ ਜਾਂਦੇ ਹਾਂ। ਸਾਧ ਸੰਗਤ ਜੀ, ਇਸ ਗੱਲਾਂ ਨੂੰ ਸਮਝਣ ਵਾਸਤੇ ਸਤ ਸੰਗਤ ਚਾਹੀਦੀ ਹੈ। ਤੇ ਸਤ ਸੰਗਤ ਵਰਖਾ ਦੀ ਨਿਆਈ ਹੁੰਦੀ ਹੈ, ਵਰਖਾ ਦੀ ਨਿਆਈ। ਤੁਹਾਨੂੰ ਪਤਾ ਹੈ ਜਿਹੜਾ ਵਰਖਾ ਦਾ ਪਾਣੀ ਹੈ ਨਾ ਸਾਧ ਸੰਗਤ ਜੀ, ਤੇ ਝੜੀ ਲੱਗ ਜਾਏ ਕਿਤੇ ਵਰਖਾ ਦੀ, ਮੀਂਹ ਦੀ, ਤੇ ਸਾਧ ਸੰਗਤ ਜੀ ਉਹਦੀ ਬੂੰਦ ਹੈ ਨਾ ਜਿਹੜੀ, ਫਿਰ ਧਰਤੀ ਦੇ ਗਹਿਰੇ ਤਲ ਤੇ ਜਾ ਕੇ ਸਾਧ ਸੰਗਤ ਜੀ ਉਹਦਾ ਪ੍ਰਭਾਵ ਹੁੰਦਾ। ਰੋਜ਼ ਸਤ ਸੰਗਤ ਕਰਨੀ, ਕਥਾ ਕਰਨੀ, ਸੁਣਨੀ, ਇਹ ਸਾਧ ਸੰਗਤ ਦੀ ਵਰਖਾ ਦੇ ਪਾਣੀ ਦੀ ਨਿਆਈ ਹੈ। ਤੇ ਤੁਹਾਡੇ ਮਨ ਤੇ ਉਦੋਂ ਗੁਰਬਾਣੀ ਦਾ ਪ੍ਰਭਾਵ, ਗਿਆਨ ਦਾ ਤੁਹਾਨੂੰ ਗਿਆਨ ਉਦੋਂ ਹੋਵੇਗਾ ਜਦੋਂ ਤੁਸੀਂ ਵਾਰ-ਵਾਰ ਜਾ ਕੇ ਸਤ ਸੰਗਤ ਵਿੱਚੋਂ ਮਹਾਰਾਜ ਦੇ ਬਚਨ ਸੁਣੋਗੇ। ਇੱਕ ਦਿਨ ਸਤ ਸੰਗਤ ਕਰਕੇ ਨਹੀਂ ਜੀਵਨ ਚੇਂਜ ਹੁੰਦਾ। ਸਾਧ ਸੰਗਤ ਜੀ, ਸਾਡੇ ਨਿਆਣੇ 12-12 ਸਾਲ ਪੜ੍ਹਦੇ ਆ ਸਕੂਲਾਂ ਕਾਲਜਾਂ 'ਚ, ਤਾਂ ਜਾ ਕੇ ਕਿਸੇ ਮੰਜ਼ਿਲ ਤੇ ਪਹੁੰਚਦੇ ਨੇ। ਗੁਰਸਿੱਖੋ, ਤੂੰ ਯਤਨ ਕਰਿਆ ਕਰ, ਉਦਮ ਕਰ, ਮੈਂ ਸਤ ਸੰਗਤ ਕਰਨੀ ਹੀ ਕਰਨੀ। ਤੇ ਫਿਰ ਤੇਰੀ ਇਹ ਮਨ ਰੂਪੀ ਧਰਤੀ ਤੇ ਵਾਹਿਗੁਰੂ ਸਾਹਿਬ ਜੀ ਦੇ ਉਪਦੇਸ਼ ਰੂਪੀ ਪਾਣੀ ਦੀ ਫੇਰ ਪ੍ਰਭਾਵ ਉਹ ਬੂੰਦ ਕਰੇਗੀ। ਸੋ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਬੂਝ ਨਾ ਸਕੇ ਗਵਾਰ। ਜਿੰਨਾ ਮਰਜੀ ਮਨੁੱਖ ਨੂੰ ਸਮਝਾ ਲੋ, ਇਹ ਮੂਰਖ ਹੈ, ਬੁੱਝ ਨਹੀਂ ਸਕਦਾ, ਸਮਝ ਨਹੀਂ ਸਕਦਾ, ਇਹ ਜਾਣ ਹੀ ਨਹੀਂ ਸਕਿਆ। ਇਸ ਕਰਕੇ ਜੋ ਕਿਛ ਕਰੇ ਜੇ ਸਾਥ ਨਾ ਚੱਲੇ, ਮਹਾਰਾਜ ਕਹਿੰਦੇ ਨੇ ਇਹ ਜੀਵ ਉਹ ਕੰਮ ਕਰਦਾ ਜਿਹੜਾ ਸਾਥੀ ਨਹੀਂ ਉਹ ਬਣਦਾ, ਸਾਥ ਹੀ ਨਹੀਂ ਦਿੰਦਾ। ਧੰਦੇ ਸਾਥ ਨਹੀਂ ਦਿੰਦੇ, ਧਨ ਪਰਿਵਾਰ ਸਾਥ ਨਹੀਂ ਦੇਵੇਗਾ। ਹੁਣ ਧਿਆਨ ਦਿਓ, ਭਾਈ ਸਾਹਿਬ ਚੜ੍ਹਾਈ ਕੀਤੇ ਹੈ ਨਾ, ਉਹਨਾਂ ਦਾ ਪੁੱਤਰ, ਕੋਈ ਭੈਣ, ਕੋਈ ਬੇਟਾ ਪੋਤਰਾ ਨਾਲ ਗਿਆ, ਸਰੀਰ ਵੀ ਨਾਲ ਨਹੀਂ ਗਿਆ, ਉਹ ਵੀ ਸ਼ਮਸ਼ਾਨ ਭੂਮਾ 'ਚ ਨਾਸ਼ ਹੋ ਗਿਆ। ਕੀ ਗਿਆ ਫਿਰ? ਸੂਖਮ ਸਰੀਰ, ਜੀਵ ਆਤਮਾ। ਤੇ ਬਸ ਉਹਨੇ ਜਿਹੋ ਜਿਹੇ ਕਰਮ ਕੀਤੇ ਆ, ਚਾਹੇ ਮੈਂ ਹੈ ਚਾਹੇ ਤੁਸੀਂ, ਆਪੇ ਬੀਜ ਨਾਨਕ ਹੁਕਮੀ। ਮਹਾਰਾਜ ਦੇ ਬਚਨ ਹੈ। ਸੋ ਸਾਧ ਸੰਗਤ ਜੀ, ਸੋ ਕਿਛ ਕਰੇ ਜੇ ਸਾਥ ਨਾ ਚੱਲੇ, ਇਹ ਜੀਵ ਉਹ ਕੰਮ ਕਰਦਾ ਜਿਹਨੇ ਨਾਲ ਹੀ ਨਹੀਂ ਜਾਣਾ, ਨਹੀਂ ਨਾਲ ਜਾਣਾ। ਤੇ ਸਾਧ ਸੰਗਤ ਜੀ, ਇਹ ਸਾਖਤ ਕਾ ਆਚਾਰ, ਆਚਾਰ ਭਾਵ ਕਰੈਕਟਰ, ਇਹ ਸਾਖਤ ਬੰਦੇ ਦਾ ਕਰੈਕਟਰ ਹੈ। ਸਾਖਤ ਬੰਦੇ ਦਾ ਸਾਧ ਸੰਗਤ ਜੀ ਕਰਤੱਵ ਹੈ, ਆਚਰਣ ਹੈ ਸਾਖਤ ਬੰਦੇ ਦਾ, ਕਿ ਉਹ ਕੰਮ ਕਰਦਾ ਜਿਹਨੇ ਨਾਲ ਨਹੀਂ ਜਾਣਾ, ਨਾਲ ਨਹੀਂ ਜਾਣਾ। ਸਾਧ ਸੰਗਤ ਜੀ, ਇਸੇ ਕਰਕੇ ਕਬੀਰ ਜੀ ਨੇ ਆਖਿਆ, ਕਬੀਰ ਏਕ ਅਚੰਭਉ ਦੇਖਿਓ, ਇੱਕ ਮੈਂ ਦੁਨੀਆ ਤੇ ਅਚਰਜ ਵੇਖਿਆ। ਕਿਹੜਾ? ਹੀਰਾ ਹਾਟ ਵਿਕਾਏ, ਬਣ ਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਇਹ ਮਨੁੱਖਾ ਰੂਪੀ ਜਿਹੜਾ ਹੀਰਾ ਜਨਮ ਸੀ ਨਾ, ਕੌਡੀਆਂ ਦੇ ਭਾਅ ਵਿਗਾਤਾ। ਇੱਕ ਅਚੰਭਉ ਵੇਖਿਓ, ਇੱਕ ਮੈਂ ਅਚੰਭਾ ਦੇਖਣਾ ਕੀਤਾ, ਕੌਤਕ ਦੇਖਣਾ ਕੀਤਾ, ਕਬੀਰ ਸਾਹਿਬ ਕਹਿੰਦੇ ਐ। ਇਸ ਕਰਕੇ ਸਾਧ ਸੰਗਤ ਜੀ, ਸੰਤ ਜਨਾ ਕੇ ਸੰਗ ਮਿਲ ਬੌਰੇ, ਇੱਥੇ ਸੰਤ ਲਫ਼ਜ਼ ਗੁਰੂ ਸਾਹਿਬ ਵਾਸਤੇ ਹੈ। ਮਹਾਰਾਜ ਕਹਿੰਦੇ ਜਿਹੜੀ ਆਤਮਾ ਨੂੰ ਸ਼ਾਂਤ ਕਰ ਦੇਣ ਵਾਲੇ ਸਤਿਗੁਰੂ ਸਾਹਿਬ ਹੈ ਨਾ, ਉਹਨਾਂ ਨਾਲ ਮਿਲਿਆ ਕਰ ਹੈ ਪਾਗਲ, ਤੋ ਪਾਵੇ ਮੋਖ ਦੁਆਰ।
ਤਾਂ ਤੈਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਹੋਣਾ ਏ। ਕਿਤੇ ਅਰਦਾਸਾਂ ਬੇਨਤੀਆਂ ਕਰਕੇ ਮੁਕਤੀ ਨਹੀਂ ਪ੍ਰਾਪਤ ਹੁੰਦੀ। ਗੁਰਸਿੱਖੋ, ਅਰਦਾਸ ਕਰ ਵਾਲੀ ਜੀ ਸਾਨੂੰ ਮੁਕਤੀ ਮਿਲ ਜਾਏ ਤੇ ਸਾਰੀ ਉਮਰ ਪਾਪ ਕਰੇ, ਅੰਤ ਵੇਲੇ ਅਰਦਾਸ ਕਰ ਦੂ ਜੀ ਮੁਕਤੀ ਦੇ ਦੂ, ਨਾ ਨਾ ਤੋ ਪਾਵੇ ਮੋਖ ਦੁਆਰ। ਜਦੋਂ ਤੇਰੀ ਸੁਰਤ ਸ਼ਬਦ ਨਾਲ ਮਿਲੇਗੀ ਨਾ ਤਾਂ ਤੂੰ ਸਮਝ ਲੈ ਵੀ ਮੈਨੂੰ ਗੁਰੂ ਮਿਲ ਗਿਆ। ਗੁਰੂ ਸਾਧ ਸੰਗਤ ਜੀ, ਜਦੋਂ ਤੇਰਾ ਤਨ ਗੁਰੂ ਸਾਹਿਬ ਨੂੰ ਅਰਪਣ ਤੂੰ ਕਰ ਦਿੱਤਾ, ਮਹਾਰਾਜ ਹੁਣ ਜਿਵੇਂ ਤੁਸੀਂ ਆਖੋਗੇ ਮੈਂ ਕਿਵੇਂ ਕਰਾਂਗਾ। ਤੇ ਭਗਤਾਂ ਸੁਣ ਲਓ ਭਗਤ ਕੀ ਕਹਿੰਦੇ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਅਰਪਿਆ ਨਾ ਗੁਰੂ ਨੂੰ, ਉਹ ਪਤਾ ਕੀ ਕਹਿੰਦੇ, ਜੋ ਰਾਜ ਦੇ ਤਾਂ ਕਵਣ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਮਹਾਰਾਜ ਜੇ ਤੂੰ ਰਾਜ ਤੇ ਵੀ ਬਿਠਾ ਦਵੇਂ ਨਾ, ਭਗਤ ਨਾਮਦੇਵ ਕਹਿੰਦੇ ਮੇਰਾ ਕੁਝ ਨਹੀਂ ਜਾਣਾ, ਤੇਰੀ ਹੋਈ ਵਡਿਆਈ ਹੈ। ਜੇ ਤੂੰ ਮੈਨੂੰ ਭੀਖ ਵੀ ਮੰਗਾਵੇਂਗਾ ਮਹਾਰਾਜ ਤਾਂ ਵੀ ਤੇਰੀ ਹੋਈ ਵਡਿਆਈ ਹੈ। ਇਹ ਸਾਧ ਸੰਗਤ ਜੀ, ਇਹ ਭਗਤ ਨਾਮਦੇਵ ਦੇ ਦੇਖੋ ਅਵਸਥਾ, ਦੇਖੋ ਉਹਨਾਂ ਦੀ ਸੋਚਣੀ, ਦੇਖੋ ਉਹਨਾਂ ਦੀ ਵਿਚਾਰਧਾਰਾ ਕਿ ਮਹਾਰਾਜ ਮੈਂ ਤੇ ਤੁਹਾਨੂੰ ਤਨ ਮਨ ਦੇ ਦਿੱਤਾ, ਹੁਣ ਤੁਸੀਂ ਤੁਹਾਡੇ ਹੱਥ ਹੈ। ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਮੈਂ ਤੇਰੇ ਘਰ ਦਾ ਗੁਲਾਮ ਹਾਂ, ਭਾਵੇਂ ਜਾਉਂਦੇ ਭਾਵੇਂ ਮਾਰਦੇ ਤੇਰੇ ਹੱਥ ਹੈ। ਸੋ ਇਹ ਹੈ ਸਾਧ ਸੰਗਤ ਜੀ ਸਿੱਖ ਦੀ ਪਰਿਭਾਸ਼ਾ। ਉਹ ਨੇ ਸਿੱਖ ਜਿਹੜੇ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਚੱਲਦੇ ਆ। ਤੋ ਮਹਾਰਾਜ ਕਹਿੰਦੇ ਤਾਂ ਤੂੰ ਉਹ ਮੁਕਤੀ ਦੇ ਦਰਵਾਜ਼ੇ ਨੂੰ ਪਾਵੇਂਗਾ ਜੇ ਤੂੰ ਗੁਰੂ ਨਾਲ ਮਿਲੇਗਾ। ਬਿਨ ਸਤ ਸੰਗ ਸੁਖ ਕਿਨੇ ਨਾ ਪਾਇਆ, ਸਤ ਸੰਗਤ ਤੋਂ ਬਿਨਾ ਸੁਖ ਨਹੀਂ ਹੈ ਭਾਈ ਰੇ, ਸੁਖ ਸਾਧ ਸੰਗ ਪਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਆਖਿਆ, ਹੇ ਭਾਈ ਉਹ ਸੁਖ ਨਾ ਸਤ ਸੰਗਤ ਵਿੱਚੋਂ ਹੀ ਪਾਇਆ ਹੈ। ਸਤ ਸੰਗਤ ਕਰਿਆ ਕਰੋ ਤਾਂ ਕਿ ਸਾਡੇ ਜਿਹੜੇ ਉਹ ਕੀਤੇ ਹੋਏ ਪਾਪ ਨੇ ਸਤਿਗੁਰੂ ਜੀ ਦੇ ਬਚਨਾਂ ਕਰਕੇ ਕੱਟੇ ਜਾਣ। ਕੋਈ ਨਹੀਂ ਤੁਹਾਡੇ ਬਚਨ ਕੱਟ ਸਕਦਾ। ਜੇ ਬਿਮਾਰੀ ਵੀ ਲੱਗੀ ਹੈ ਨਾ, ਧਿਆਨ ਦਿਓ ਇੱਧਰ, ਸਰੀਰ ਨੂੰ ਬਿਮਾਰੀ ਲੱਗੀ ਹੋਵੇ ਡਾਕਟਰ ਕੱਟ ਦੇਣਗੇ, ਪਰ ਜਿਹੜੀ ਕਰਮਾਂ ਕਰਕੇ ਲੱਗੀ ਹੋਵੇ ਬਿਮਾਰੀ, ਰੋਗ ਕਰਮ ਵਿੱਚ ਰੋਗ ਆ ਗਿਆ, ਉਹਨੂੰ ਮਹਾਰਾਜ ਜੀ ਕੱਟ ਸਕਦੇ ਹੈ। ਕੋਈ ਐਸਾ ਡਾਕਟਰ ਵੈਦ ਦੁਨੀਆ ਤੇ ਹੈ ਨਹੀਂ ਕੱਟ ਸਕੇ। ਜੇ ਕੱਟ ਦਿੰਦੇ ਹੁੰਦੇ ਮੇਰੇ ਗੁਰੂ ਗੋਬਿੰਦ ਸਿੰਘ ਇਹ ਨਾ ਕਹਿੰਦੇ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੈ ਹਾਂ ਸਭ ਦੁੱਖ ਜਾਏ। ਹੌਸਪੀਟਲਾਂ 'ਚ ਜਾਂਦੇ ਹਾਂ ਆਪਾਂ, ਕਿਸੇ ਹੌਸਪੀਟਲ ਮੂਹਰੇ ਲਿਖਿਆ ਵੀ ਇਹਨੂੰ ਦੇਖਣ ਕਰਕੇ ਦੁੱਖ ਕੱਟੇ ਜਾਂਦੇ ਨਹੀਂ। ਤੇ ਮਹਾਰਾਜ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ, ਆਪਾਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਇਆ ਨਾ, ਮਨ ਦੇ ਰੋਗ ਤਨ ਦੇ ਰੋਗ ਕੱਟੇ ਗਏ ਭਾਈ ਉਹਨਾਂ ਦੇ। ਇਹ ਮੇਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿਣ ਨਾ ਜਾਏ। ਸੋ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਬਿਨ ਸਤ ਸੰਗ ਸੁਖ ਕਿਨੇ ਨਾ ਪਾਇਆ, ਸਤ ਸੰਗਤ ਤੋਂ ਬਿਨਾ ਕਿਸੇ ਨੇ ਸੁਖ ਹੀ ਨਹੀਂ ਪਾਇਆ। ਜਾਏ ਪੁੱਛੋ ਵੇਦ ਵਿਚਾਰ, ਤੂੰ ਵੇਦਾਂ ਸ਼ਾਸਤਰਾਂ ਦੀ ਵਿਚਾਰ ਪੜ੍ਹ ਕੇ ਵੇਖ ਲੈ। ਦੁਨੀਆ ਦੇ ਜਿਹੜੇ 4 ਵੇਦ ਨੇ, 6 ਸ਼ਾਸਤਰ 27 ਸਿਮਰਤੀਆਂ ਨੇ, ਇਹਨਾਂ ਨੂੰ ਪੜ੍ਹ ਕੇ ਵੇਖ ਲੈ। ਸਤ ਸੰਗਤ ਤੋਂ ਬਿਨਾ ਸੁਖ ਨਹੀਂ ਹੈ। ਰਾਣਾ ਰਾਓ ਸਭ ਕੋ ਚਾਲੈ, ਮਹਾਰਾਜ ਨੇ ਨਿਰਣਾ ਕੀਤਾ। ਸਤਿਗੁਰੂ ਕਹਿੰਦੇ ਭਾਈ ਕੋਈ ਰਾਜਾ ਹੋਵੇ ਰਾਓ, ਕੋਈ ਗਰੀਬ ਹੋਵੇ, ਸਭ ਕੋ ਚਾਲੈ, ਸਾਰਿਆਂ ਨੇ ਚਲੇ ਜਾਣਾ ਦੁਨੀਆ ਤੋਂ। ਸਾਧ ਸੰਗਤ ਜੀ, ਝੂਠ ਛੋੜ ਜਾਏ ਪਾਸਾਰ, ਜਿਹੜੇ ਭਾਈ ਝੂਠੇ ਪਸਾਰੇ ਪਸਰਦੇ ਐ, ਝੂਠੇ ਧੰਦਿਆਂ 'ਚ ਲੱਗੇ ਨੇ, ਉਹ ਵੀ ਮਹਾਰਾਜ ਕਹਿੰਦੇ ਤੂੰ ਛੱਡ ਕੇ ਚਲਿਆ ਜਾਣਾ। ਦੂਜਾ ਅਰਥ ਇਹ ਹੈ ਝੂਠ ਛੋੜ ਜਾਏ ਪਾਸਾਰ, ਆ ਜੋ ਸੰਸਾਰ ਝੂਠਾ ਹੈ ਇਹਨੂੰ ਤੂੰ ਛੱਡ ਕੇ ਚਲਿਆ ਜਾਏਗਾ। ਸਤਿਗੁਰੂ ਜੀ ਕਹਿੰਦੇ ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਗਰੀਬ ਹੋਵੇ। ਤੇ ਸਤਿਗੁਰੂ ਮਹਾਰਾਜ ਫਿਰ ਸਮਾਪਤੀ ਕਰਦੇ ਹੋਏ ਬਚਨ ਉਚਾਰਦੇ ਨੇ, ਨਾਨਕ ਸੰਤ ਸਦਾ ਥਿਰ ਨਿਹ ਚਲ। ਗੁਰੂ ਸਾਹਿਬ ਦੇ ਕੋਲ ਗੁਰਸਿੱਖਾਂ ਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਦੁਨੀਆ ਤੇ ਫਿਰ ਨਿਹਚਲ ਕੌਣ ਹੈ, ਸਦਾ ਵਾਸਤੇ ਕੌਣ ਰਹਿੰਦੇ ਹੈ? ਮਹਾਰਾਜ ਕਹਿੰਦੇ ਸਤਿਗੁਰੂ ਔਰ ਸੰਤ, ਜਿਨ੍ਹਾਂ ਨੇ ਭਾਈ ਵਾਹਿਗੁਰੂ ਜੀ ਦੇ ਨਾਮ ਦੀ ਆਰਾਧਨਾ ਕੀਤੀ, ਸਦਾ ਵਾਸਤੇ ਦੁਨੀਆ ਤੇ ਰਹਿੰਦੇ ਹੈ। ਨਾਮ ਉਹਨਾਂ ਦਾ ਰਹਿੰਦਾ ਏ, ਜਿਨ ਰਾਮ ਨਾਮ ਆਧਾਰ,
ਜਿਨ੍ਹਾਂ ਨੂੰ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਸੀ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਆਸਰਾ ਲਿਆ ਉਹ ਸੰਤ ਹੋ ਗਏ ਤੇ ਸਾਧ ਸੰਗਤ ਜੀ ਦੁਨੀਆ ਤੇ ਸਦਾ ਵਾਸਤੇ ਰਹਿੰਦੇ ਹੈ। ਤੇ ਸਾਧ ਸੰਗਤ ਜੀ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਦੱਸਦੇ ਨੇ, ਭਾਈ ਉਹ ਵਾਹਿਗੁਰੂ ਨਿਰੰਕਾਰ ਦੀ ਤੂੰ ਆਰਾਧਨਾ ਕਰਿਆ ਕਰ, ਗੁਰੂ ਸਾਹਿਬ ਨੂੰ ਗੁਰੂ ਧਾਰਨ ਕਰਕੇ, ਪੂਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਸੋ ਸਾਧ ਸੰਗਤ ਜੀ ਜਿਸ ਕਰਕੇ ਸਾਡਾ ਇਹ ਜਨਮ ਸਫਲ ਹੋ ਜਾਏਗਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਉਦਮ ਕਰੀਏ, ਸਤ ਸੰਗਤ ਕਰੀਏ। ਬਾਣੀ ਦੇਖੋ 24 ਘੰਟੇ ਸਾਡੇ ਕੋਲ ਹੈ। ਤੇ ਸਾਧ ਸੰਗਤ ਜੀ ਮੈਂ ਬਹੁਤ ਵਾਰ ਕਹਿੰਦਾ ਹੁੰਦਾ, ਘੰਟਾ ਬਾਣੀ ਪੜ੍ਹ ਲਿਆ ਕਰੀਏ। ਮਹਾਰਾਜ ਜੀ ਅਨਪੜ੍ਹ ਹੈ ਜਿਹੜੇ, ਤੁਸੀਂ ਇਹ ਕਹਿ ਕੇ ਖਹਿੜਾ ਨਹੀਂ ਛੜਾ ਸਕਦਾ ਅਸੀਂ ਜੀ ਅਨਪੜ੍ਹ ਹੁੰਨੇ, ਅਸੀਂ ਫਲਾਣੇ ਹੁੰਨੇ ਆ। ਵਾਹਿਗੁਰੂ ਤੇ ਕਹਿਣਾ ਆਉਂਦੇ ਹੀ ਨਾ ਸਾਰਿਆਂ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਘੰਟਾ ਅਭਿਆਸ ਕਰੇ ਮੂਲ ਮੰਤਰ ਦਾ ਜਾਂ ਵਾਹਿਗੁਰੂ ਮੰਤਰ ਦਾ, ਤਾਂ ਜਾ ਕੇ ਉਹ ਪਾਰ ਹੋ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਸਾਧ ਸੰਗਤ ਜੀ ਉਹੀ ਤਰ ਸਕਦਾ ਏ, ਤਰਨਾ ਔਖਾ ਏ ਸੰਸਾਰ ਤੋਂ। ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰੂ ਜੀ ਦਾ ਨਾਮ ਰੂਪੀ ਪੱਲਾ ਫੜ ਲਿਆ, ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਉਹ ਤੇ ਪਾਰ ਹੋ ਗਏ। ਸਾਧ ਸੰਗਤ ਜੀ ਨਹੀਂ ਫਿਰ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਹੀਣੇ ਹੈ ਨਾ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰਮੰਤਰ ਹੀਣ ਸੇ ਜੋ ਪ੍ਰਾਣੀ। ਜਿਹੜੇ ਪ੍ਰਾਣੀ ਗੁਰੂ ਦੇ ਮੰਤਰ ਤੋਂ ਹੀਣ, ਉਹਦਾ ਜਨਮ ਹੀ ਭ੍ਰਸ਼ਟਿਆ ਹੋਇਆ। ਤੇ ਭਗਤ ਨਾਮਦੇਵ ਕੀ ਕਹਿੰਦੇ, ਮਹਾਰਾਜ ਕਹਿੰਦੇ ਜੋ ਨਾ ਭਜੰਤੇ ਨਾਰਾਇਣ ਤਿਨ ਕਾ ਮੈਂ ਨਾ ਕਰੋ ਦਰਸ਼ਨ। ਜਿਹੜੇ ਵਾਹਿਗੁਰੂ ਨਹੀਂ ਨਾ ਧਿਆਉਂਦੇ, ਚੇਤੀ ਨਹੀਂ ਕਰਦੇ, ਮੇਰੇ ਮੱਥੇ ਨਾ ਲੱਗਣ। ਤੁਸੀਂ ਭਾਵੇਂ ਕੱਟੜਤਾ ਆਖੀ ਜਾਓ। ਹੁਣ ਐਸੇ ਕਈ ਮੈਂ ਮਹਾਂਪੁਰਖ ਵੇਖੇ ਹੈ, ਕਿਉਂਕਿ ਦਮਦਮੀ ਟਕਸਾਲ ਨਾਲ ਸੰਬੰਧਤ ਅਸੀਂ ਭਿੰਡਰਾਂ ਵਾਲਿਆਂ ਟਕਸਾਲ ਦੇ ਨਾਲ। ਐਸੇ ਮਹਾਂਪੁਰਖ ਨੇ ਸਾਧ ਸੰਗਤ ਜੀ ਪੁੱਛਦੇ ਆ ਤੇਰਾ ਨਿਤਨੇਮ ਕੀਤਾ ਹੈ? ਨਹੀਂ ਕੀਤਾ ਤੇ ਠੀਕ ਹੈ, ਤੂੰ ਫਤਿਹ ਬੁਲਾਈਏ ਚਲਿਆ ਜਾ। ਕਿਉਂ? ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋ ਨਾ ਭਜੰਤੇ ਨਾਰਾਇਣ, ਜਿਹੜੇ ਯਾਦ ਹੀ ਨਾ ਕਰਦੇ ਮਹਾਰਾਜ ਨੂੰ, ਤਿਨਕਾ ਮੈਂ ਨਾ ਕਰੂੰ ਦਰਸ਼ਨ, ਮੇਰੇ ਮੱਥੇ ਨਾ ਲੱਗਣ। ਮਹਾਰਾਜ ਕਹਿੰਦੇ, ਭਗਤ ਨਾਮਦੇਵ ਜੀ ਕਹਿੰਦੇ। ਸੋ ਸਾਧ ਸੰਗਤ ਜੀ ਅਸੀਂ ਕੋਈ ਨਿਤਨੇਮ ਨਹੀਂ ਹੈ, ਕੋਈ ਭਜਨ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਮੱਥੇ ਲੱਗਦੇ ਆ। ਕੀ ਗੁਰੂ ਸਾਹਿਬ ਸਾਨੂੰ ਸਵੀਕਾਰ ਕਰਦੇ ਹੋਣਗੇ? ਕੀ ਮਹਾਰਾਜ ਸਵੀਕਾਰ ਕਰਦੇ ਹੋਣਗੇ ਸਾਨੂੰ? ਨਾ ਨਾ ਭਾਈ, ਸੱਚੇ ਪਾਤਸ਼ਾਹ ਦੀ ਮਰਿਆਦਾ ਅਨੁਸਾਰ ਆਪਣਾ ਜੀਵਨ ਬਸਰ ਕਰੀਏ ਤਾਂ ਕਿ ਇਹ ਸਾਡੇ ਲਾਭ ਵਾਸਤੇ ਹੀ ਹੈ। ਤੂੰ ਜਪਿਆ ਤੈਨੂੰ ਹੀ ਫਲ ਪ੍ਰਾਪਤ ਹੋਵੇਗਾ। ਇਉਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ। ਮੌਤ ਤੇ ਸਾਰਿਆਂ ਤੇ ਆਉਣੀ, ਕੱਲ੍ਹ ਨੂੰ ਕੋਈ ਚਲਿਆ ਗਿਆ, ਕੱਲ੍ਹ ਨੂੰ ਕਿਸੇ, ਪਰਸੋਂ ਕਿਸੇ ਨੇ ਚਲੇ ਜਾਣਾ। ਆਪੋ ਆਪਣੀ ਵਾਰੀ ਸਾਧ ਸੰਗਤ ਸਭ ਚਲੇ ਜਾਣ ਵਾਲੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ। ਆਓ ਸਮਾਪਤੀ ਹੈ। ਆਪ ਜੀ ਬੜੇ ਲੰਮੇ ਸਮੇਂ ਤੋਂ ਸਤਿਗੁਰਾਂ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਕਥਾ ਕੀਰਤਨ ਨੂੰ ਸਰਵਣ ਕੀਤਾ ਹੈ। ਸਾਧ ਸੰਗਤ ਜੀ ਬਸ ਇੱਕ ਲੜ ਪੱਲੇ ਬੰਨ੍ਹ ਲਿਓ, ਸਤ ਸੰਗਤ ਨਾ ਛੱਡਿਓ, ਸਤ ਸੰਗਤ ਕਰਿਓ। ਅੱਜ ਜੇ ਸਿੱਖ ਕੌਮ ਨੂੰ ਗਿਆਨ ਦੀ ਬੜੀ ਘਾਟ ਹੈ, ਤੇ ਹੈਗੇ ਨੇ ਜਿਹੜੇ ਗਿਆਨਵਾਨ ਨੇ, ਪਰ ਘਾਟ ਕਾਹਦੀ? ਅੱਜ ਗੁਰੂ ਘਰ ਅਸੀਂ ਬਹੁਤ ਵਧੀਆ ਬਣਾਏ ਹੈ, 2-2 ਕਰੋੜ ਲਾ ਕੇ, 1 ਕਰੋੜ ਲਾ ਕੇ। ਗੁਰੂ ਘਰਾਂ ਦੀ ਘਾਟ ਨਹੀਂ ਹੈ ਨਾ, ਉੱਥੇ ਰੱਖਣ ਵਾਲੇ ਤੇ ਰਹਿਣ ਵਾਲੇ, ਘਾਟਾਂ ਉਹਨਾਂ 'ਚ ਹੈ। ਤੁਸੀਂ ਰੱਖੋ ਵਧੀਆ ਕੋਈ ਸਿੰਘ ਗਿਆਨਵਾਨ, ਕਦਰ ਕਰਿਆ ਕਰੋ ਗਿਆਨਵਾਨਾਂ ਦੀ ਸਾਧ ਸੰਗਤ ਜੀ। ਤੇ ਸਾਧ ਸੰਗਤ ਜੀ ਤੁਹਾਨੂੰ ਗਿਆਨ ਦੇਵੇ, ਤੁਹਾਡੇ ਬੱਚਿਆਂ ਨੂੰ ਗਿਆਨ ਦੇਵੇ। ਅਸੀਂ ਜਦੋਂ ਪੜ੍ਹਨ ਸਾਧ ਸੰਗਤ ਜੀ ਬੱਚਿਆਂ ਨੂੰ ਪੜ੍ਹਾਉਣੇ ਆ, ਟੀਚਰ ਨੂੰ ਪੁੱਛਦੇ ਆ ਤੂੰ ਕਿੰਨੇ ਪੜ੍ਹਿਆ ਭਾਈ ਦੱਸ ਪਹਿਲਾਂ। ਕਹਿੰਦਾ ਜੀ ਮੇਰੇ MA B.Ed ਕੀਤੀ ਹੈ। ਠੀਕ ਹੈ, ਫਿਰ ਤੂੰ ਮੇਰੇ ਬੱਚੇ ਨੂੰ ਵਧੀਆ ਪੜ੍ਹਾਵੇਂਗਾ। ਜਿਹੜਾ ਟੀਚਰ ਆਪ 8 ਪੜ੍ਹਿਆ ਤੇ ਸਾਧ ਸੰਗਤ ਪੜ੍ਹਾਈ ਜਾਂਦਾ 9ਵੀਂ 10ਵੀਂ ਨੂੰ, ਕੀ ਪੜ੍ਹਾ ਦੇਗਾ ਸਾਡੇ ਨਿਆਣਿਆਂ ਨੂੰ? ਸੋ ਸਾਧ ਸੰਗਤ ਜੀ ਗੁਰਮਤਿ ਦੀ ਜਿਹੜੀ ਪੜ੍ਹਾਈ ਹੈ, ਗੁਰਮਤਿ ਦੀ ਪੜ੍ਹਾਈ, ਇਹਨੂੰ ਪੜ੍ਹਨ ਵਾਸਤੇ ਤੁਸੀਂ ਜਿਹੜੇ ਪੜ੍ਹਾਉਣੇ ਨਾ, ਤੁਹਾਨੂੰ ਭਾਵ ਗ੍ਰੰਥੀ ਸਿੰਘ, ਪਾਠੀ ਸਿੰਘ, ਕਥਾਵਾਚਕ, ਪ੍ਰਚਾਰਕ, ਉਹਨਾਂ ਨੂੰ ਸੁਣੋ, ਪੜ੍ਹੋ, ਜਿਹੜੇ ਵਿਦਿਆ ਦੇ ਚੰਗੀ ਤਰ੍ਹਾਂ ਗਿਆਨਵਾਨ ਨੇ, ਤਾਂ ਕਿ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ, ਅਸੀਂ ਪਾਰ ਹੋ ਜਾਈਏ। ਭੁੱਲ ਚੁੱਕ ਦੀ ਖਿਮਾ। ਮਹਾਰਾਜ ਦੀ ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਦਾਸ ਨੂੰ ਬਖਸ਼ ਲੈਣਗੇ, ਆ ਪਿਆਰੀ ਸਾਧ ਸੰਗਤ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਆਓ ਹੁਣ ਆਨੰਦ ਸਾਹਿਬ ਦੇ ਜਾਪ ਹੋਣਗੇ, ਫਿਰ ਸਮਾਪਤੀ ਹੈ।
ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ